ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚਰਨਾਂ ਦੇ ਵਿੱਚ ਜੁੜ ਬੈਠੇ ਹਾਂ। ਗੁਰੂ ਕੀ ਬਾਣੀ ਦੇ ਨਾਲ ਜੁੜੇ ਰਹਿਰਾਸ ਸਾਹਿਬ ਜੀ ਦਾ ਪਾਠ ਸਰਵਣ ਕੀਤਾ। ਉਪਰੰਤ ਗੁਰੂ ਕੇ ਦਰ ਦੇ ਉੱਤੇ ਜੋ ਲੜੀਵਾਰ ਇਤਿਹਾਸ ਦੀ ਕਥਾ ਚੱਲ ਰਹੀ ਹੈ, ਇਤਿਹਾਸ ਦੀ ਕਥਾ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲ ਰਿਹਾ ਹੈ। ਆਓ ਬੜੇ ਪਿਆਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜੋ ਸੁੰਦਰ ਇਤਿਹਾਸ ਪਵਿੱਤਰ ਅਸਥਾਨਾਂ ਉੱਤੇ ਲੜੀਵਾਰ ਚੱਲ ਰਿਹਾ ਹੈ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਚੂੜਾਮਣੀ ਕਵੀ ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਸਤਿਗੁਰਾਂ ਦਾ ਸੋਹਣਾ ਸੁੰਦਰ ਇਤਿਹਾਸ ਸੁੰਦਰ ਛੰਦਾਬੰਦੀ ਵਿੱਚ ਬਾਕਮਾਲ ਲਿਖਤ ਕੀਤਾ ਹੈ। ਜਿਸ ਦੇ ਵਿੱਚੋਂ ਆਪਾਂ ਸਰਵਣ ਕਰ ਰਹੇ ਸੀ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ 52 ਕਵੀ ਹਮੇਸ਼ਾ ਹਾਜ਼ਰ ਰਹਿੰਦੇ ਔਰ ਉਹਨਾਂ 52 ਕਵੀਆਂ ਨੇ ਬਹੁਤ ਸਾਰੇ ਹੋਰ ਧਰਮ ਗ੍ਰੰਥਾਂ ਦਾ ਰਚਨਾਵਾਂ ਦਾ ਉਲੱਥਾ ਕੀਤਾ, ਆਪੋ ਆਪਣੀ ਵਿਦਵਤਾ ਦਿਖਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸਾਰੇ ਕਵੀਆਂ ਦੀ ਰਚਨਾ ਨੂੰ ਇਕੱਠਾ ਕੀਤਾ, ਰਚਨਾਵਾਂ ਨੂੰ ਇਕੱਤਰ ਕਰਕੇ ਉਹਦਾ ਜਦੋਂ ਵਜਨ ਕਰਵਾਇਆ, ਤੋਲ ਕਰਵਾਇਆ ਤਾਂ ਉਹ 9 ਮਣ ਦਾ ਇੱਕ ਗ੍ਰੰਥ ਬਣ ਗਿਆ, ਜਿਸ ਦਾ ਨਾਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਦਿਆ ਦਾ ਮਹਾਨ ਖਜ਼ਾਨਾ ਹੋਣ ਕਰਕੇ ਵਿਦਿਆ ਧਰ ਗ੍ਰੰਥ ਰੱਖਿਆ। ਜਿਸ ਵੇਲੇ ਪਹਾੜੀ ਰਾਜਿਆਂ ਨੇ ਅਤੇ ਮੁਗਲਿਆ ਫੌਜਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਿੰਘਾਂ ਦੇ ਸਮੇਤ ਆਨੰਦਗੜ੍ਹ ਦੇ ਕਿਲ੍ਹੇ ਵਿੱਚ 7 ਮਹੀਨੇ ਤੱਕ ਘੇਰਾ ਘੱਤੀ ਰੱਖਿਆ, ਘੇਰਾ ਪਾਇਆ। ਆਟੇ ਦੀਆਂ ਗਊਆਂ ਬਣਾ ਕੇ ਹਿੰਦੂਆਂ ਨੇ ਕਸਮਾਂ ਖਾਧੀਆਂ। ਕੁਰਾਨ ਸ਼ਰੀਫ ਦੇ ਉੱਤੇ ਸਾਈਨ ਕਰਕੇ ਮੁਸਲਮਾਨਾਂ ਨੇ ਸਤਿਗੁਰੂ ਜੀ ਨੂੰ ਵਿਸ਼ਵਾਸ ਦਿਵਾਇਆ ਕਿ ਆਪ ਜੀ ਆ ਆਨੰਦਗੜ੍ਹ ਦਾ ਕਿਲ੍ਹਾ ਖਾਲੀ ਕਰਕੇ ਹੋਰ ਕਿਤੇ ਵੀ ਜਾ ਕੇ ਵਸ ਜਾਓ, ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ। ਤਾਂ ਉਸ ਵੇਲੇ ਸਿੱਖਾਂ ਨੇ ਆਖਿਆ, ਮਹਾਰਾਜ ਸੱਚੇ ਪਾਤਸ਼ਾਹ ਆਪਣੇ ਧਰਮਾਂ ਦੀਆਂ, ਧਰਮ ਗ੍ਰੰਥਾਂ ਦੀਆਂ, ਧਰਮ ਦੇ ਚਿੰਨ੍ਹਾਂ ਦੀਆਂ ਕਸਮਾਂ ਖਾ ਰਹੇ ਹੈ, ਆਪਾਂ ਨੂੰ ਯਕੀਨ ਕਰ ਲੈਣਾ ਚਾਹੀਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਸਮਝਾਇਆ ਕਿ ਇਹ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਨਾ, ਇਹਨਾਂ ਦੀਆਂ ਕਸਮਾਂ ਵਾਅਦੇ ਇਹ ਸਭ ਵਕਤੀ ਤੌਰ 'ਤੇ ਹੁੰਦੇ ਆ, ਇਹ ਸਮਾਂ ਆਉਣ ਦੇ ਉੱਤੇ ਆਪਣੇ ਵਾਅਦਿਆਂ ਤੋਂ ਮੁੱਕਰ ਜਾਂਦੇ ਹੁੰਦੇ ਆ। ਕਿਉਂਕਿ ਅੱਜ ਤੱਕ ਆਪਾਂ ਇਤਿਹਾਸ ਵਿੱਚ ਦੇਖਿਆ ਹੀ ਹੈ, ਜਿੰਨੇ ਮਰਜ਼ੀ ਰਾਜਨੀਤਿਕ ਲੋਕਾਂ ਨੂੰ ਦੇਖ ਲਓ, ਵਰਤਮਾਨ ਸਮੇਂ ਦੇਖ ਲਓ, ਪੁਰਾਣੇ ਸਮੇਂ ਵਿੱਚ ਦੇਖ ਲਓ, ਗੁਰੂ ਮਹਾਰਾਜ ਦੇ ਸਮੇਂ ਦੇਖ ਲਓ, ਜਿਹਨੇ ਜੋ ਵਾਅਦੇ ਕੀਤੇ ਕਸਮਾਂ ਖਾ ਕੇ ਬਾਅਦ ਵਿੱਚ ਉਹ ਵਾਅਦੇ ਜਿਹੜੇ ਹੈ ਉਹ ਨਿਭਾ ਨਹੀਂ ਸਕੇ, ਉਹ ਨਿਭਾਏ ਨਾ, ਵਾਅਦਿਆਂ ਨੂੰ ਵਫਾ ਨਹੀਂ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਮੇਂ ਵਿੱਚ ਇਹਨਾਂ ਪਹਾੜੀ ਰਾਜਿਆਂ ਨੇ ਔਰ ਮੁਗਲਿਆ ਹਕੂਮਤ ਦੇ ਲੋਕਾਂ ਨੇ, ਅਹਿਲਕਾਰਾਂ ਨੇ, ਮੰਤਰੀਆਂ ਸੰਤਰੀਆਂ ਨੇ ਜਿਹੜੀਆਂ ਕਸਮਾਂ ਖਾਧੀਆਂ, ਬਾਅਦ ਵਿੱਚ ਉਹਨਾਂ ਕਸਮਾਂ ਨੂੰ ਤੋੜਿਆ ਨਾ। ਜਦੋਂ ਸਤਿਗੁਰੂ ਜੀ ਨੇ ਇਹਨਾਂ ਦੀ ਪਰਖ ਵਾਸਤੇ ਆਖਿਆ ਕਿ ਅਸੀਂ ਆਪਣਾ ਖਜ਼ਾਨਾ ਪਹਿਲਾਂ ਬਾਹਰ ਭੇਜਣਾ ਚਾਹੁੰਦੇ ਹਾਂ, ਉਹਦੇ ਵਿੱਚ ਟੁੱਟੇ ਹੋਏ ਜੋੜੇ ਜੁੱਤੀਆਂ ਔਰ ਇਸੇ ਪ੍ਰਕਾਰ ਘੋੜਿਆਂ ਦੀ ਲਿੱਦ ਖੁਰਜੀਆਂ ਵਿੱਚ ਭਰ ਕੇ, ਪਾਟੇ ਪੁਰਾਣੇ ਕੱਪੜੇ ਭਰ ਕੇ ਉੱਪਰ ਕੀਮਤੀ ਦੁਸ਼ਾਲੇ ਪਾ ਦਿੱਤੇ। ਜਿਸ ਵੇਲੇ ਇਹਨਾਂ ਘੋੜਿਆਂ, ਰਥਾਂ ਨੂੰ, ਬਲਦਾਂ, ਗੱਡਿਆਂ ਨੂੰ ਬਾਹਰ ਆਉਂਦੇ ਵੇਖਿਆ ਤੇ ਪਹਾੜੀ ਰਾਜੇ ਸਭ ਕਸਮਾਂ ਵਾਅਦੇ ਭੁੱਲ ਕੇ ਤੇ ਇਹ ਮਾਇਆ ਦੇ ਉੱਤੇ ਲਵਾਏਮਾਨ ਹੋ ਗਏ। ਤੇ ਇਹਨਾਂ ਨੇ ਜਿਹਦੇ ਹੱਥ ਜੋ ਆਉਂਦਾ ਸੀ, ਜਿਹਦੇ ਹੱਥ ਖੱਚਰ ਆਇਆ ਉਹ ਖੱਚਰ ਨੂੰ ਲੈ ਗਿਆ ਭਜਾ ਕੇ, ਜਿਹਦੇ ਹੱਥ ਬਲਦ ਆਏ ਉਹ ਗੱਡਾ ਜੋੜੇ ਸਣੇ ਉਵੇਂ ਹੀ ਲੈ ਗਿਆ ਕਿ ਸਤਿਗੁਰੂ ਜੀ ਕੋਲ ਬਹੁਤ ਖਜ਼ਾਨਾ। ਜਦੋਂ ਘਰ ਜਾ ਕੇ ਦੇਖਿਆ ਖੋਲ੍ਹ ਕੇ, ਪਾਟੇ ਪੁਰਾਣੇ ਕੱਪੜੇ ਨਿਕਲੇ, ਘੋੜਿਆਂ ਦੀ ਲਿੱਦ ਨਿਕਲੀ, ਟੁੱਟੇ ਹੋਏ ਛਿੱਤਰ ਵੇਖ ਕੇ ਤੇ ਫਿਰ ਬੜਾ ਸਿਰ ਧੁਣਦੇ ਆ, ਬੜਾ ਪਛਤਾਉਂਦੇ ਆ ਵੀ ਈਮਾਨ ਦੇ ਉੱਤੇ ਵੀ ਕਾਇਮ ਨਾ ਰਹਿ ਸਕੇ ਤੇ ਮਾਇਆ ਵੀ ਨਾ ਮਿਲੀ। ਇਹ ਵਾਅਦਿਆਂ ਤੋਂ ਮੁੱਕਰੇ। ਵਾਅਦਿਆਂ ਤੋਂ ਮੁੱਕਰਨਾ ਇਹ ਰਾਜਨੀਤਿਕ ਲੋਕਾਂ ਦੇ ਵਾਸਤੇ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ, ਇਹ ਤਾਂ ਆਮ ਹੀ ਗੱਲ ਹੈ। 1947 ਨੂੰ ਜਦੋਂ ਭਾਰਤ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ, ਉਸ ਤੋਂ ਪਹਿਲਾਂ ਜਦੋਂ ਆਜ਼ਾਦੀ ਦੀ ਜੰਗ ਚੱਲ ਰਹੀ ਸੀ ਤੇ ਕਿੰਨੇ ਵਾਅਦੇ ਸਾਡੇ ਸਿੱਖਾਂ ਦੇ ਨਾਲ ਕੀਤੇ ਗਏ।
ਪਰ ਸਾਡੇ ਸਿੱਖਾਂ ਨੇ ਬੀਤੇ ਤੋਂ ਸਬਕ ਨਾ ਲਿਆ। ਫਿਰ ਉਹਨਾਂ ਲੋਕਾਂ ਦੇ ਉੱਤੇ, ਨਹਿਰੂ ਵਰਗਿਆਂ ਦੇ ਉੱਤੇ, ਪਟੇਲ ਵਰਗਿਆਂ ਦੇ ਉੱਤੇ ਅੱਖਾਂ ਮੀਟ ਕੇ ਵਿਸ਼ਵਾਸ ਕੀਤਾ। ਮਾਸਟਰ ਤਾਰਾ ਸਿੰਘ ਵਰਗਿਆਂ ਨੇ, ਬਲਦੇਵ ਸਿੰਘ ਵਰਗਿਆਂ ਨੇ, ਜਿਹਦਾ ਖਮਿਆਜ਼ਾ ਅੱਜ ਤੱਕ ਕੌਮ ਭੁਗਤ ਰਹੀ ਹੈ। ਅੱਜ ਥਾਂ ਥਾਂ ਦੇ ਉੱਤੇ ਜੋ ਸਿਤਮ ਜ਼ਰੀਫੀ ਸਿੱਖਾਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ, ਸਾਡੇ ਹੱਕ ਖੋਏ ਜਾ ਰਹੇ ਹੈ। ਕਿਸੇ ਦਾ ਸਾਡੀ ਕਿਸਾਨੀ ਨੂੰ ਖਤਮ ਕਰਨ 'ਤੇ ਧਿਆਨ ਹੈ, ਕਿਸੇ ਦਾ ਸਾਡੀ ਜਵਾਨੀ ਨੂੰ ਖਤਮ ਕਰਨ 'ਤੇ ਧਿਆਨ ਹੈ। ਕੋਈ ਫੁੱਟ ਪਾ ਕੇ ਖਤਮ ਕਰਨਾ ਚਾਹੁੰਦਾ ਹੈ, ਕੋਈ ਨਸ਼ਿਆਂ ਦੀ ਮੰਡੀ ਪੰਜਾਬ ਨੂੰ ਬਣਾ ਕੇ ਨੌਜਵਾਨ ਨੂੰ ਨਸ਼ਿਆਂ ਵਿੱਚ ਲਾ ਕੇ ਪੰਜਾਬ ਦੀ ਜਵਾਨੀ, ਕਿਸਾਨੀ ਔਰ ਪੰਜਾਬ ਦੇ ਜੋ ਇੱਜ਼ਤ ਅਣਖ ਆਬਰੂ ਹੈ, ਸਭ ਕਾਸੇ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਹਨ ਲੋਕ। ਕਿਉਂਕਿ ਉਹਨਾਂ ਲੋਕਾਂ ਦਾ ਅਸੀਂ ਗੁਲਾਮ ਹੁੰਦਿਆਂ ਦਾ ਚਿਹਰਾ ਤਾਂ ਦੇਖਿਆ, ਪਰ ਆਜ਼ਾਦੀ ਤੋਂ ਬਾਅਦ ਵਾਲੇ ਰੰਗ ਜਿਹੜੇ ਹੈ ਉਹ ਸਾਡੇ ਜਿਹੜੇ ਵੱਡੇ ਵਡੇਰੇ ਪੂਰਵਜ ਸਨ, ਸਾਡੀ ਕੌਮ ਦੇ ਉਸ ਵੇਲੇ ਦੇ ਵਾਹਿਦ ਲੀਡਰ ਸਨ, ਉਹ ਉਹਨਾਂ ਦੀਆਂ ਮੋਮੋ ਠਗਣੀਆਂ ਗੱਲਾਂ ਵਿੱਚ ਆਏ, ਚਾਲਾਂ ਨੂੰ ਸਮਝ ਨਾ ਸਕੇ ਔਰ ਬੀਤੇ ਤੋਂ ਸਬਕ ਨਾ ਲਿਆ, ਜਿਹਦਾ ਖਮਿਆਜ਼ਾ ਕੌਮ ਅੱਜ ਤੱਕ ਭੁਗਤ ਰਹੀ ਹੈ। ਕਹਿੰਦਾ ਸੀ ਨਾ ਨਹਿਰੂ ਔਰ ਗਾਂਧੀ ਵੀ ਜਦੋਂ ਸਿੱਖੋ ਦੇਸ਼ ਆਜ਼ਾਦ ਹੋ ਜਾਵੇਗਾ, ਉੱਤਰੀ ਭਾਰਤ ਵਿੱਚ ਤੁਹਾਨੂੰ ਇੱਕ ਆਜ਼ਾਦ ਖਿੱਤਾ ਦਿੱਤਾ ਜਾਵੇਗਾ, ਜਿੱਥੇ ਬੈਠ ਕੇ ਸਿੱਖ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਤੁਹਾਡੀਆਂ ਕੁਰਬਾਨੀਆਂ ਬਹੁਤ ਹੈ, ਤੁਸੀਂ ਬੜੀ ਬਹਾਦਰ ਕੌਮ ਹੋ, ਇਸੇ ਤਰ੍ਹਾਂ ਕਿਹਾ ਜਾਂਦਾ ਹੈ। ਜਦੋਂ ਲੜਨਾ ਮਰਨਾ ਹੋਵੇ ਨਾ, ਸਿੱਖਾਂ ਨੂੰ ਇਸੇ ਤਰ੍ਹਾਂ ਹੀ ਹੌਸਲਾ ਅਫਜ਼ਾਈ ਦੇ ਕੇ ਅੱਗੇ ਕੀਤਾ ਜਾਂਦਾ ਹੈ। ਅੱਜ ਵੀ ਬਾਰਡਰਾਂ ਦੇ ਉੱਤੇ ਦੇਖ ਲਓ, ਜਦੋਂ ਤਾਂ ਤਰੱਕੀਆਂ ਦੀ ਗੱਲ ਆਉਂਦੀ ਹੈ, ਨੌਕਰੀਆਂ ਦੀ ਗੱਲ ਆਉਂਦੀ ਹੈ, ਭਰਤੀ ਦੀ ਗੱਲ ਆਉਂਦੀ ਹੈ, ਅਤੇ ਸਿੱਖਾਂ ਵਾਸਤੇ ਕੋਟਾ ਕਿੰਨਾ ਰੱਖਿਆ ਹੈ? 1.25%, 1.5%। ਬਾਕੀਆਂ ਦਾ 98%, 98.5%, ਬਾਕੀ ਲੋਕਾਂ ਦਾ, ਸਿੱਖਾਂ ਦਾ 1.5%। ਪਰ ਆਜ਼ਾਦੀ ਵਿੱਚ ਹਿੱਸਾ ਵੇਖਣਾ ਹੋਵੇ ਤਾਂ ਸਿੱਖਾਂ ਦਾ 90% ਤੋਂ ਵੱਧ ਹੈ। ਬਣਦਾ ਤਾਂ 90% ਸੀ, ਪਰ ਚਲੋ ਖੈਰ, ਜੇ ਬਰਾਬਰ ਦਾ ਵੀ ਦੂਜਿਆਂ ਦਾ ਦਿੱਤਾ ਜਾਂਦਾ ਤਾਂ ਸਿੱਖਾਂ ਨੂੰ ਇਹ ਗੱਲ ਕਦੇ ਚੁਭਣੀ ਨਹੀਂ ਸੀ। ਪਰ ਸਾਡੇ ਨਾਲ ਤਾਂ ਜੱਗੋ ਤੇਰਵੀਂ ਉਸ ਵੇਲੇ ਹੋਈ ਜਦੋਂ ਵੱਡੇ ਵੱਡੇ ਵਾਅਦੇ ਕਰਨ ਵਾਲੇ ਲੋਕਾਂ ਨੇ ਫਿਰ ਪਾਰਲੀਮੈਂਟ ਦੇ ਵਿੱਚ ਜੋ ਅਸੈਂਬਲੀ ਦੇ ਜੋ MPs ਦੀਆਂ ਸਾਰਿਆਂ ਦੀ ਇੱਕ ਮੀਟਿੰਗ ਹੋਈ, ਉਹਦੇ ਵਿੱਚ ਇਹ ਗੱਲ ਕਹਿ ਦਿੱਤੀ ਕਿ ਸਿੱਖ ਜਿਹੜੇ ਹੈ ਇਹ ਜਰਾਇਮ ਪੇਸ਼ਾ ਕੌਮ ਹੈ, ਮਰਨਾ ਮਾਰਨਾ ਇਹਨਾਂ ਦਾ ਕੰਮ ਹੈ, ਇਹਨਾਂ ਉੱਤੇ ਖਾਸ ਨਜ਼ਰ ਰੱਖੀ ਜਾਵੇ। ਉਹੀ ਗਾਂਧੀ ਨਹਿਰੂ ਜਿਹੜੇ ਆਜ਼ਾਦੀ ਤੋਂ ਪਹਿਲਾਂ ਕਹਿੰਦੇ ਸੀ, ਸਿੱਖੋ ਜੇ ਅਸੀਂ ਕੱਲ੍ਹ ਨੂੰ ਮੁੱਕਰਾਂਗੇ ਵੀ ਨਾ ਤੁਹਾਡੇ ਵਾਅਦੇ ਤੋਂ, ਤਾਂ ਤੁਹਾਡੇ ਹੱਥ ਗੁਰੂ ਗੋਬਿੰਦ ਸਿੰਘ ਨੇ ਤਲਵਾਰ ਦਿੱਤੀ ਹੋਈ ਹੈ, ਤੁਸੀਂ ਆਪਣਾ ਹੱਕ ਲੈ ਸਕਦੇ ਹੋ। ਪਰ ਬਾਅਦ ਵਿੱਚ ਕੀ ਹਾਲਾਤ, ਹੁਣ ਤੱਕ ਵੇਖ ਲਓ ਸਾਡੇ ਨਾਲ ਨੇਤਾ ਪ੍ਰਤੀ ਕੀ ਹੋ ਰਿਹਾ। ਇਹ ਰਾਜਨੀਤਿਕ ਲੋਕਾਂ ਦੀਆਂ ਝੂਠੀਆਂ ਕਸਮਾਂ, ਝੂਠੇ ਵਾਅਦਿਆਂ ਉੱਤੇ ਯਕੀਨ ਕਰਕੇ ਸਭ ਕੁਝ ਹੋਇਆ। ਸਤਿਗੁਰੂ ਸਾਹਿਬ ਜੀ ਨੇ ਵੀ ਕਿਹਾ ਵੀ ਇਹ ਰਾਜਨੀਤਿਕ ਲੋਕਾਂ ਦੀਆਂ ਕਸਮਾਂ ਦਾ ਕੋਈ ਇਤਬਾਰ ਨਹੀਂ ਕੀਤਾ ਜਾ ਸਕਦਾ। ਸਤਿਗੁਰੂ ਨੇ ਜਦੋਂ ਦਿਖਾਤਾ ਨਾ ਸਾਰਾ ਕੌਤਕ, ਫਿਰ ਸਤਿਗੁਰੂ ਜੀ ਕਹਿੰਦੇ ਭਾਈ ਸਿੱਖੋ, ਖਾਲਸਾ ਜੀ ਕਹਿੰਦੇ ਤੇਲ ਦਾ ਭਰਿਆ ਹੋਇਆ ਕੋਈ ਬਰਤਨ ਹੋਵੇ, ਉਹਦੇ ਵਿੱਚ ਬਾਂਹ ਡੋਬ ਲਓ, ਬਾਅਦ ਵਿੱਚ ਕਹਿੰਦੇ ਤਿਲਾਂ ਵਾਲੀ ਬੋਰੀ ਦੇ ਵਿੱਚ ਉਹ ਬਾਂਹ ਨੂੰ ਪਾ ਦਿਓ, ਜਿੰਨੇ ਤਿਲ ਤੁਹਾਡੇ ਤੇਲ ਲੱਗੀ ਬਾਂਹ ਦੇ ਨਾਲ ਚਿੰਬੜ ਜਾਣ ਨਾ, ਇੰਨੇ ਵਾਅਦੇ ਇਹ ਰਾਜਨੀਤਿਕ ਲੋਕ ਤੁਹਾਡੇ ਨਾਲ ਕਰਨ, ਫਿਰ ਵੀ ਗੁਰੂ ਕੇ ਖਾਲਸੇ ਨੇ ਇਹਨਾਂ ਉੱਤੇ ਯਕੀਨ ਨਹੀਂ ਕਰਨਾ। ਨੀਤੀ ਦੇ ਵਚਨ ਸਤਿਗੁਰਾਂ ਨੇ ਦੱਸੇ। ਸੋ ਉਹਨਾਂ ਕਸਮਾਂ ਵਾਅਦਿਆਂ ਨੂੰ ਭੁੱਲ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਉਸ ਵੇਲੇ ਜਦੋਂ ਉੱਥੋਂ ਚੱਲੇ ਆ ਆਨੰਦਗੜ੍ਹ ਨੂੰ ਛੱਡ ਕੇ ਅਨੰਦਪੁਰ ਸਾਹਿਬ ਨੂੰ, ਤਾਂ ਪਿੱਛੋਂ ਫਿਰ ਇਹਨਾਂ ਦੀਨ ਇਮਾਨ ਤੋਂ ਗਰਕੇ ਹੋਏ ਲੋਕਾਂ ਨੇ ਹਮਲਾ ਕੀਤਾ। ਸਰਸਾ ਨਦੀ ਅੱਗੋਂ ਚੜ੍ਹੀ ਹੋਈ ਸੀ, ਪਰਿਵਾਰ ਦਾ ਵਿਛੋੜਾ ਹੋਇਆ, ਸਾਰਾ ਇਤਿਹਾਸ ਆਪ ਜੀ ਜਾਣਦੇ ਹੋ। ਬਾਅਦ ਵਿੱਚ ਇਹਨਾਂ ਲੋਕਾਂ ਨੇ ਆਨੰਦਗੜ੍ਹ ਦੇ ਕਿਲ੍ਹੇ ਵਿੱਚ, ਅਨੰਦਪੁਰ ਸਾਹਿਬ ਵਿੱਚ ਦਾਖਲ ਹੋ ਕੇ ਫਿਰ ਜੋ ਜੋ ਇਹਨਾਂ ਦੇ ਹੱਥ ਆਇਆ ਸਭ ਲੁੱਟ ਕੇ ਲੈ ਗਏ। ਉਹ ਜਿਹੜਾ ਬਿਨਾਂ ਜਿਲਦਬੰਨੀ ਵਾਲਾ ਜਿਹੜਾ ਵਿਦਿਆਧਰ ਗ੍ਰੰਥ ਸੀ ਨਾ, ਜਿੱਥੋਂ ਆਪਣੀ ਵਿਚਾਰ ਚੱਲੀ ਹੈ, ਉਹ ਵਿਦਿਆਧਰ ਗ੍ਰੰਥ ਦੇ ਜਿੰਨੇ ਪੱਤਰੇ ਜਿਹਦੇ ਹੱਥ ਆਏ ਲੈ ਗਏ, ਖਿਲਾਰ ਦਿੱਤੇ ਗਏ। ਅਤੇ ਕੁਝ ਕੁ ਉਹਦੇ ਵਿੱਚੋਂ ਪੱਤਰੇ, 62 ਪੱਤਰੇ ਕਵੀ ਜੀ ਨੇ ਲਿਖਿਆ ਵੀ 62 ਪੱਤਰੇ ਕਿਸੇ ਹੋਰ ਘਰੇ ਪਏ ਸਨ ਅਨੰਦਪੁਰ ਸਾਹਿਬ ਵਿੱਚ, ਉਹ ਮਹਿਫੂਜ਼ ਰਹਿ ਗਏ। ਉਹਨਾਂ ਵਿੱਚ ਜੋ ਕਵੀਆਂ ਨੇ ਸਤਿਗੁਰੂ ਜੀ ਦੀ ਮਹਿਮਾ ਲਿਖੀ ਹੈ ਵੀ ਸਤਿਗੁਰੂ ਜੀ ਦਾਨੇ ਕਿੰਨੇ ਵੱਡੇ ਸਨ, ਸਤਿਗੁਰੂ ਜੀ ਕਿੰਨੇ ਵੱਡੇ ਯੋਧੇ ਸਨ, ਸਤਿਗੁਰੂ ਜੀ ਦੇ ਦਰਬਾਰ ਦੀ ਚੜ੍ਹਤ ਕਿੰਨੀ ਸੀ, ਉਹ ਕਵਿੱਤ ਜਿਹੜੇ 52 ਕਵੀਆਂ ਦੇ ਭਾਈ ਸੰਤੋਖ ਸਿੰਘ ਜੀ ਨੇ
ਇਸ ਪੰਜਵੀਂ ਰੁੱਤ ਦੇ ਇਸ ਆਖਰੀ ਅਧਿਆਏ ਵਿੱਚ 51 ਅਤੇ 52 ਵਿੱਚ ਦਿੱਤੇ ਹੈ। 52ਵਾਂ ਅਧਿਆਏ ਚੱਲ ਰਿਹਾ, ਆਖਰੀ ਅਧਿਆਏ ਹੈ। ਪੰਜਵੀਂ ਰੁੱਤ ਦੀ ਸੰਪੂਰਨਤਾ ਹੋ ਜਾਣੀ ਹੈ। ਫਿਰ ਅਗਲਾ ਗ੍ਰੰਥ 6ਵੀਂ ਰੁੱਤ ਚੱਲ ਪੈਣੀ ਹੈ। ਜਿਵੇਂ ਕਵੀ ਜੀ ਨੇ ਸਤਿਗੁਰੂ ਜੀ ਦੀ ਮਹਿਮਾ ਵਿੱਚ ਉਹਨਾਂ ਕਵੀਆਂ ਦੀਆਂ ਲਿਖਤਾਂ ਨੂੰ ਕੁਝ ਇਨ ਬਿਨ ਕੁਝ ਆਪਣੇ ਕੋਲੋਂ ਛੰਦਾਬੰਦੀ ਕਰਕੇ ਲਿਖਿਆ ਹੈ। ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਅਸੁਰ ਵਿਦਾਰਨੇ ਕੋ ਸੁਰਪਤ ਪਾਰਨੇ ਕੋ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੁਰ ਦੈਂਤਾਂ ਨੂੰ ਖਤਮ ਕਰਨ ਦੇ ਲਈ, ਦੈਂਤਾਂ ਨੂੰ ਵਿਦਾਰਨ ਦੇ ਲਈ, ਔਰ ਸੁਰਪਤ ਪਾਰਬੇ ਕੋ ਦੇਵਤਿਆਂ ਨੂੰ ਪਾਲਣ ਦੇ ਲਈ। ਭਾਵ ਜਿਹੜੇ ਦੈਂਤ ਬੁੱਧੀ ਵਾਲੇ ਲੋਕ ਹੈ, ਰਾਖਸ਼ ਬੁੱਧੀ ਵਾਲੇ ਦੁਰਜਨ ਲੋਕ ਹੈ, ਉਹਨਾਂ ਨੂੰ ਖਤਮ ਕਰਨ ਲਈ, ਔਰ ਜਿਨ੍ਹਾਂ ਦੇ ਵਿੱਚ ਦੈਵੀ ਗੁਣ ਹੈ, ਚੰਗੇ ਗੁਣ ਹੈ, ਉਹਨਾਂ ਦੇ ਪਾਰ ਉਤਾਰੇ ਕਰਨ ਲਈ, ਉਹਨਾਂ ਦੀ ਪ੍ਰਤਪਾਲਣਾ ਕਰਨ ਲਈ ਆਏ ਹਨ। ਔਰ ਇਸੇ ਪ੍ਰਕਾਰ ਜਿਹੜੇ ਸਤਿਗੁਰੂ ਜੀ ਦੀ ਭਗਤੀ ਵਿੱਚ ਲੱਗ ਜਾਂਦੇ, ਭਗਤ ਬਣ ਗਏ, ਉਹਨਾਂ ਦੇ ਸਿੱਖ ਬਣ ਗਏ, ਸਿੰਘ ਸੱਜ ਗਏ, ਖਾਲਸੇ ਬਣ ਗਏ, ਭਾਵਨਾ ਵਾਲੇ ਜਿਨ੍ਹਾਂ ਨੇ ਭਾਵਨਾ ਰੱਖੀ ਗੁਰੂ ਚਰਨਾਂ ਦੇ ਉੱਤੇ, ਉਹਨਾਂ ਭਗਤਾਂ ਦੇ ਉਧਾਰ ਦੇ ਲਈ ਮੁਕਤ ਕੀ ਜਰੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੱਥ ਵਿੱਚ ਨਾ ਇੱਕ ਛੋਟਾ ਜਿਹਾ ਡੰਡਾ, ਛੋਟੀ ਜਿਹੀ ਕਾਲੇ ਰੰਗ ਦੀ ਸੋਟੀ ਫੜੀ ਹੁੰਦੀ ਸੀ, ਛਟੀ, ਉਹਦੇ ਉੱਤੇ ਕਾਲਾ ਰੰਗ ਕੀਤਾ ਹੁੰਦਾ ਸੀ ਅਤੇ ਉਹਦੇ ਉੱਪਰ ਵੇਲ ਬੂਟੀਆਂ ਵਾਹ ਕੇ ਸੁੰਦਰ ਮੀਨਾਕਾਰੀ ਉਹਦੀ ਕੀਤੀ ਹੁੰਦੀ ਸੀ। ਹੁਣ ਉਹ ਜਿਹੜੀ ਛੜੀ, ਉਹ ਸੋਟੀ ਸਤਿਗੁਰੂ ਜੀ ਦੇ ਹੱਥ ਵਿੱਚ ਹੈ। ਉਹਦੀ ਮਹਿਮਾ ਕਵੀ ਇੱਥੇ ਕਰ ਰਿਹਾ। ਕਹਿੰਦਾ ਦੈਂਤ ਬੁੱਧੀ ਨੂੰ ਨਾਸ਼ ਕਰਨ ਲਈ, ਦੈਂਤਾਂ ਨੂੰ ਖਤਮ ਕਰਨ ਲਈ, ਦੇਵਤਿਆਂ ਨੂੰ ਜਾਂ ਦੈਵੀ ਗੁਣ ਵਾਲੇ ਲੋਕਾਂ ਨੂੰ ਪਾਲਣ ਦੇ ਲਈ, ਔਰ ਭਗਤਾਂ ਦੇ ਉਧਾਰ ਕਰਨ ਦੇ ਲਈ ਸਤਿਗੁਰੂ ਜੀ ਦੇ ਹੱਥ ਵਿੱਚ ਜਿਹੜੀ ਛੜੀ ਸੋਟੀ ਫੜੀ ਹੋਈ ਹੈ। ਕਹਿੰਦੇ ਮਨ ਮੁਕਤ ਕੀ ਜਰੀ ਹੈ। ਇਹ ਮੰਨ ਲਓ ਵੀ ਇਹ ਮੁਕਤੀ ਦੀ ਜੜੀ ਬੂਟੀ ਹੈ। ਇਸੇ ਤਰ੍ਹਾਂ ਅਰੀ ਨਾਮ ਹੈ ਬੈਰੀ ਦਾ, ਬੈਰੀਆਂ ਦੇ ਦਲਾਂ ਨੂੰ ਭੰਜਵੇ ਕੋ ਖਤਮ ਕਰਨ ਲਈ, ਗਾੜੇ ਗੜ ਗੰਜਵੇ ਕੋ, ਜਿਹੜੇ ਵੱਡੇ ਵੱਡੇ ਕਿਲੇ ਹਨ, ਭਾਰੇ ਕਿਲੇ ਹਨ, ਬਹੁਤ ਤਕੜੇ ਕਿਲੇ ਹਨ, ਉਹਨਾਂ ਨੂੰ ਫਤਿਹ ਕਰਨ ਲਈ, ਢਾਉਣ ਦੇ ਲਈ। ਸਾਰੇ ਸੁੱਖਾਂ ਨੂੰ ਸੰਜਵੇ ਕੋ ਕਹੀਏ, ਸਾਰੇ ਸੁੱਖਾਂ ਨੂੰ ਇਕੱਤਰ ਕਰਨ ਦੇ ਲਈ। ਜਿਹੜੀ ਸਤਿਗੁਰੂ ਜੀ ਦੇ ਹੱਥ ਵਿੱਚ ਸੋਟੀ ਫੜੀ ਹੋਈ ਹੈ ਨਾ, ਮਹਾ ਸੁੱਖ ਭਰੀ ਹੈ। ਇਹ ਤਾਂ ਮਹਾਨ ਸੁੱਖਾਂ ਨਾਲ ਭਰੀ ਹੋਈ ਹੈ। ਸਤਿਗੁਰੂ ਜੀ ਦੇ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕਰ ਕਹੀਏ ਹਸਤ ਕਮਲਾਂ ਦੇ ਵਿੱਚ ਇਹ ਜਿਹੜੀ ਸੋਟੀ ਹੈ ਫੜੀ ਹੋਈ ਕਲੋਲ ਕਰਦੀ ਹੈ। ਜਿਵੇਂ ਕਹਿੰਦੇ ਕ੍ਰਿਸ਼ਨ ਰੂਪ ਦੇ ਵਿੱਚ ਹੱਥ ਵਿੱਚ ਚੱਕਰ ਫੜ ਕੇ ਰੱਖਦੇ ਸੀ ਅਤੇ ਨਾਲ ਗਦਾ ਫੜਦੇ ਸੀ, ਅਤੇ ਗਦੇ ਦੀ ਸੋਟੀ ਉਹ ਹੱਥ ਵਿੱਚ ਹੁੰਦੀ ਸੀ ਨਾ ਭਗਵਾਨ ਕ੍ਰਿਸ਼ਨ ਦੇ। ਕਹਿੰਦੇ ਇਉਂ ਹੀ ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹੱਥ ਵਿੱਚ ਛਟੀ ਫੜੀ ਹੋਈ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹੱਥ ਵਿੱਚ ਜਿਹੜੀ ਫੜੀ ਹੋਈ ਛੜੀ ਸੋਟੀ ਹੈ, ਮਾਰਵੇ ਕੀ ਵਿਧ ਪਰੀ ਹੈ। ਸੋ ਇਹਨੂੰ ਆਦਤ, ਇਹਨੂੰ ਬਾਣ ਪਈ ਹੋਈ ਹੈ ਦੁਸ਼ਮਣਾਂ ਨੂੰ ਖਤਮ ਕਰਨ ਦੀ, ਵੈਰੀਆਂ ਨੂੰ ਖਤਮ ਕਰਨ ਦੀ, ਔਰ ਫਤਿਹ ਕੀ ਨਿਸ਼ਾਨੀ ਇਹ ਹੈ। ਸੋ ਇਹ ਜਿਹੜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹੱਥ ਵਿੱਚ ਫੜੀ ਹੋਈ ਸੋਟੀ ਹੈ, ਇਹ ਤਾਂ ਮੰਨੋ ਕਿ ਫਤਿਹ ਦੀ ਨਿਸ਼ਾਨੀ ਹੈ ਪੂਰਬਲੇ ਜਨਮ ਦੀ। ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਨੇ ਪੂਰਬਲੇ ਜਨਮ ਦੇ ਵਿੱਚ ਭਗਤੀ ਕੀਤੀ ਹੇਮਕੁੰਟ ਸਾਹਿਬ ਦੇ ਪਰਬਤ ਉੱਤੇ, ਔਰ ਜਾਂ ਫਿਰ ਸਤਿਯੁਗ ਦੇ ਵਿੱਚ ਗੋਦਾਵਰੀ ਨਦੀ ਦੇ ਕੰਢੇ ਜਿੱਥੇ ਹਜ਼ੂਰ ਸਾਹਿਬ ਅਸਥਾਨ ਵਸਿਆ ਹੋਇਆ ਹੈ। ਪੂਰਬਲੇ ਜਨਮਾਂ ਦੀ ਕਹਿੰਦੇ ਮਾਨੋ ਸਤਿਗੁਰ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਫਤਿਹ ਦੀ ਨਿਸ਼ਾਨੀ ਫੜੀ ਹੋਈ ਹੈ। ਹਾਂ, ਕਹਿੰਦੇ ਜਦੋਂ ਕ੍ਰਿਸ਼ਨ ਰੂਪ ਦੇ ਵਿੱਚ ਹੁਣ ਕਵੀ ਸਤਿਗੁਰੂ ਜੀ ਨੂੰ ਕ੍ਰਿਸ਼ਨ ਭਗਵਾਨ ਦੇ ਰੂਪ ਵਿੱਚ ਵੇਖ ਰਿਹਾ, ਕਹਿੰਦਾ ਤਬ ਹੁਤੀ ਗਦਾ, ਉਸ ਵੇਲੇ ਕਹਿੰਦਾ ਭਗਵਾਨ ਜੀ ਤੁਹਾਡੇ ਹੱਥਾਂ ਵਿੱਚ ਇਹ ਗਦਾ ਹੁੰਦੀ ਸੀ, ਅਤੇ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੁਹਾਡੇ ਹੱਥ ਵਿੱਚ ਇਹ ਛੜੀ, ਇਹ ਸੋਟੀ ਰੂਪ ਵਿੱਚ ਹੈ। ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਇਹ ਕਾਲੇ ਰੰਗ ਦੀ ਸੋਟੀ ਛੜੀ ਤੁਹਾਡੇ ਹੱਥ ਵਿੱਚ ਫੜੀ ਹੋਈ ਹੈ, ਇਹ ਕੁੰਜਾਂ ਕੁੰਜਾਂ ਦੇ ਵਿੱਚ ਅਤੇ ਗਲੀਆਂ ਗਲੀਆਂ ਵਿੱਚ ਤੁਸੀਂ ਬੰਸਰੀ ਬਣਾ ਕੇ ਵਜਾਈ ਸੀ ਉਸ ਵੇਲੇ। ਉਸ ਵੇਲੇ ਬੰਸਰੀ ਰੂਪ ਵਿੱਚ ਤੁਹਾਡੇ ਹੱਥ ਵਿੱਚ ਹੁੰਦੀ ਸੀ।
ਜਦੋਂ ਤੁਸੀਂ ਦੁਆਪਰ ਦੇ ਵਿੱਚ ਕ੍ਰਿਸ਼ਨ ਰੂਪ ਦੇ ਵਿੱਚ ਅਵਤਾਰ ਸੀ ਨਾ, ਕੁੰਜ ਕੁੰਜ ਇਹ ਸ਼ਬਦ ਥੋੜ੍ਹਾ ਜਿਹਾ ਧਿਆਨ ਮੰਗਦਾ ਹੈ। ਕੁੰਜ ਕਿਹਨੂੰ ਕਹਿੰਦੇ ਆ ਅਤੇ ਗਲੀ ਕਿਹਨੂੰ ਕਹਿੰਦੇ ਆ। ਆਮ ਆਪਾਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਾਈਏ ਅਤੇ ਉੱਥੇ ਨਾ ਕੁੰਜ ਬਣੇ ਹੁੰਦੇ ਆ। ਆਪਾਂ ਪੜ੍ਹਦੇ ਹਾਂ ਵੀ ਇਹ ਬਿਹਾਰ ਕੁੰਜ ਹੈ, ਇਹ ਸ਼ਾਂਤੀ ਕੁੰਜ ਹੈ, ਇਲਾਕਿਆਂ ਦੇ ਨਾਮ ਹੁੰਦੇ। ਉਹਨਾਂ ਇਲਾਕਿਆਂ ਦੇ ਇਹ ਨਾਮ ਕਿਉਂ ਪਏ? ਕੁੰਜ ਕਿਹਨੂੰ ਕਹਿੰਦੇ ਆ? ਇੱਕ ਤਾਂ ਹੁੰਦੀਆਂ ਖੁੱਲ੍ਹੀਆਂ ਗਲੀਆਂ, ਸਿੱਧੀਆਂ ਹੀ ਗਲੀਆਂ, ਗਲੀਆਂ ਦੇ ਉੱਤੇ ਘਰ ਹੋਣੇ, ਆਸੇ ਪਾਸੇ ਘਰ ਵਿਚਕਾਰ ਦੀ ਜਿਹੜਾ ਰਸਤਾ ਉਹਨੂੰ ਕਹਿੰਦੇ ਆ ਗਲੀ। ਕਈ ਮੋਰੀ ਵੀ ਕਹਿੰਦੇ ਆ, ਕਈ ਵੀਹੀ ਵੀ ਕਹਿੰਦੇ ਆ। ਗੁਰਬਾਣੀ ਵਿੱਚ ਵੀ ਬੀਥੀ ਸ਼ਬਦ ਆਇਆ, ਬੀਥੀ ਬੀਹੀ। ਸੋ ਬੀਹੀਆਂ ਗਲੀਆਂ ਜਿਹੜੀਆਂ ਉਹ ਹੁੰਦੀਆਂ ਘਰਾਂ ਦੇ ਵਿਚਕਾਰੋਂ ਲੰਘਣ ਵਾਲਾ ਰਸਤਾ। ਕੁੰਜ ਕਿਹਨੂੰ ਕਹਿੰਦੇ ਆ? ਕੁੰਜ ਹੁੰਦਾ ਰਸਤਾ ਹੀ ਹੈ, ਪਰ ਫਰਕ ਕੀ ਹੈ? ਜੰਗਲਾਂ ਦੇ ਵਿੱਚ ਜਿੱਥੇ ਬਹੁਤ ਸਾਰੇ ਪੇੜ ਬੂਟੇ, ਜੰਗਲ ਦੇ ਵਿੱਚ ਪੇੜ ਬੂਟੇ ਹੀ ਹੁੰਦੇ ਆ, ਤਾਂ ਉੱਥੇ ਬਹੁਤ ਸਾਰੀਆਂ ਵੇਲਾਂ ਹੁੰਦੀਆਂ। ਕਈ ਵਾਰੀ ਵੇਲਾਂ ਨਾਲ ਕਈ ਵਾਰੀ ਇੱਧਰਲੇ ਦਰਖਤ ਤੋਂ ਦੂਜੇ ਪਾਸੇ ਜਾਂ ਆਪਸ ਦੇ ਵਿੱਚ ਜੁੜੀਆਂ ਹੁੰਦੀਆਂ ਅਤੇ ਇੱਦਾਂ ਗੇਟ ਜਿਹਾ ਬਣਿਆ ਹੁੰਦਾ ਵੇਲਾਂ ਦਾ। ਅਤੇ ਉਹ ਜਿਹੜਾ ਗੇਟ ਜਿਹਾ ਬਣਿਆ ਹੁੰਦਾ ਗੁਫਾ ਰੂਪੀ, ਉਹ ਕਾਫੀ ਦੂਰ ਤੱਕ ਹੁੰਦਾ ਹੈ। ਸੋ ਉਹ ਜਿਹੜਾ ਇੱਦਾਂ ਵੇਲਾਂ ਦੇ ਨਾਲ ਢਕਿਆ ਹੋਇਆ ਰਸਤਾ, ਵਿੱਚੋਂ ਲੰਘਣ ਨੂੰ ਥੋੜ੍ਹਾ ਰਸਤਾ ਹੁੰਦਾ, ਉਹਨੂੰ ਕੁੰਜ ਕਹਿੰਦੇ ਆ। ਸੋ ਕਵੀ ਜੀ ਕਹਿ ਰਹੇ ਹੈ ਕਿ ਕੁੰਜਾਂ ਕੁੰਜਾਂ ਦੇ ਵਿੱਚ ਅਤੇ ਗਲੀਆਂ ਗਲੀਆਂ ਦੇ ਵਿੱਚ, ਭਾਵ ਜਦੋਂ ਖੇਤਾਂ ਦੇ ਵਿੱਚ ਜੰਗਲਾਂ ਵਿੱਚ ਫਿਰਦੇ ਸਨ ਭਗਵਾਨ ਕ੍ਰਿਸ਼ਨ ਜੀ, ਉਦੋਂ ਕੁੰਜਾਂ ਦੇ ਵਿੱਚ ਬੰਸਰੀ ਵਜਾਉਂਦੇ ਫਿਰਦੇ ਸਨ। ਔਰ ਜਦੋਂ ਨਗਰ ਦੀਆਂ ਗਲੀਆਂ ਵਿੱਚ ਫਿਰਦੇ ਸਨ ਤਾਂ ਉਸ ਵੇਲੇ ਕਹਿੰਦੇ ਬੰਸਰੀ ਵਜਾਉਂਦੇ ਉਹਨਾਂ ਗਲੀਆਂ ਵਿੱਚ ਸ਼ੋਭਦੇ ਸਨ। ਹਾਂ, ਕਹਿੰਦੇ ਜਿਵੇਂ ਉਹ ਭਗਵਾਨ ਕ੍ਰਿਸ਼ਨ ਜੀ ਦੇ ਹੱਥ ਵਿੱਚ ਹਮੇਸ਼ਾ ਬੰਸੁਰੀ ਰਹਿੰਦੀ ਸੀ ਨਾ, ਇਸੇ ਪ੍ਰਕਾਰ ਸ਼ਾਰਦਾ ਕਵੀ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਹੱਥ ਵਿੱਚ ਇਹ ਸੋਟੀ, ਇਹ ਛੜੀ ਰਹਿੰਦੀ ਹੈ ਕਾਲੇ ਰੰਗ ਦੀ। ਹਾਂ, ਜਮਨਾ ਦੇ ਤਟ ਕਹੀਏ ਕਿਨਾਰੇ ਦੇ ਉੱਤੇ ਬੰਸਰੀ ਜਿਹੜੀ ਹੈ ਉਹ ਭਗਵਾਨ ਕ੍ਰਿਸ਼ਨ ਜੀ ਵੱਟ ਕੇ ਨਿਕਟ ਸੋਈ। ਵੱਟ ਨਾਮ ਹੈ ਬਰੋਟੇ ਦਾ, ਬੋਹੜ ਦੇ ਦਰਖਤ ਦਾ। ਬੋਹੜ ਦੇ ਦਰਖਤ ਦੇ ਨੇੜੇ ਕਹਿੰਦੇ ਬੈਠ ਕੇ, ਬੋਹੜ ਦੇ ਦਰਖਤ ਦੇ ਹੇਠਾਂ ਬੈਠ ਕੇ ਭਗਵਾਨ ਕ੍ਰਿਸ਼ਨ ਜੀ ਇਹ ਬੰਸਰੀ ਜਮਨਾ ਦੇ ਕੰਢੇ ਵਜਾਉਂਦੇ ਰਹੇ ਹਨ। ਤੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸੇ ਤਰ੍ਹਾਂ ਇਹ ਸੱਤ ਦਰਵ ਜੋ 100 ਧਾਰਾਂ ਵਾਲਾ ਸਤਲੁਜ ਦਰਿਆ ਹੈ, ਕਹਿੰਦੇ ਇਸ ਸਤਲੁਜ ਦੇ ਕਿਨਾਰੇ ਦੇ ਉੱਤੇ ਸਾਹਿਬੀ ਕਰਦੇ ਆ। ਜਿਵੇਂ ਉਸ ਵੇਲੇ ਉਹ ਆਪਣੀ ਮੌਜ ਦੇ ਵਿੱਚ ਉੱਥੇ ਵਿਚਰਦੇ ਸਨ, ਇਸ ਵੇਲੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਤਲੁਜ ਦਰਿਆ ਦੇ ਕੰਢੇ ਭਾਵ ਅਨੰਦਪੁਰ ਸਾਹਿਬ ਸਾਹਿਬੀ ਕਰ ਰਹੇ ਆ, ਗੁਰਤਾ ਗੱਦੀ ਦਾ ਰੰਗ ਮਾਣ ਰਹੇ ਹਨ। ਹੇ ਭੂਮੀ ਦੇ ਪ੍ਰਿਥਵੀ ਦੇ ਭਗਤ ਲੋਕੋ, ਦੇਖੋ ਭੂਪ ਭੂਪਨ ਕੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤਾਂ ਰਾਜਿਆਂ ਦੇ ਵੀ ਰਾਜੇ ਆ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਰਾਜਾਨ ਰਾਜ, ਭਾਨਾਨ ਭਾਨ, ਰਾਜਿਆਂ ਦੇ ਵੀ ਰਾਜੇ। ਨਮੋ ਰਾਜ ਰਾਜੇ। ਮਹਾਰਾਜ ਸੱਚੇ ਪਾਤਸ਼ਾਹ ਰਾਜਿਆਂ ਦੇ ਵੀ ਰਾਜੇ ਹਨ। ਹੇ ਭੂਮੀ ਦੇ ਲੋਕੋ ਇਸ ਤਰ੍ਹਾਂ ਜਾਣੋ। ਕਹਿੰਦੇ ਉਹ ਰਾਜਿਆਂ ਦੇ ਰਾਜੇ ਦੇ, ਕ੍ਰਿਸ਼ਨ ਤਾਂ ਕਹਿੰਦੇ ਇੱਕ ਇਲਾਕੇ ਦਾ ਹੀ ਰਾਜਾ ਸੀ ਨਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤਾਂ ਰਾਜਿਆਂ ਦੇ ਵੀ ਰਾਜੇ ਹੈ, ਪਾਤਸ਼ਾਹਾਂ ਦੇ ਪਾਤਸ਼ਾਹ ਹਨ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦਾ ਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ। ਕਹਿੰਦੇ ਉਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੱਥ ਵਿੱਚ ਕਹਿੰਦੇ ਭਾਗ ਜਾਂ ਸ਼ਰੀਕੇ। ਮੈਂ ਉਹ ਸੋਟੀ ਨੂੰ ਫੜੀ ਵੇਖਦਾ ਅਤੇ ਮੈਂ ਸੋਚਦਾ ਵੀ ਇਹ ਸੋਟੀ ਦੇ ਕਿੰਨੇ ਵੱਡੇ ਭਾਗ ਹੈ ਜਿਹੜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਹੱਥਾਂ ਵਿੱਚ ਆ ਗਈ। ਕਿਉਂਕਿ ਗੁਰੂ ਦੇ ਹੱਥਾਂ ਵਿੱਚ ਆ ਜਾਣਾ, ਗੁਰੂ ਦੀ ਚਰਨ ਸ਼ਰਨ ਆ ਜਾਣਾ, ਗੁਰੂ ਦੇ ਹੁਕਮ ਵਿੱਚ ਆ ਜਾਣਾ, ਗੁਰੂ ਦੀ ਆਗਿਆ ਵਿੱਚ ਆ ਜਾਣਾ, ਇਸ ਤੋਂ ਵੱਡੇ ਭਾਗ ਕਿਹਦੇ ਹੋ ਸਕਦੇ ਆ? ਕਵੀ ਦੀ ਭਾਵਨਾ ਵੇਖੋ, ਕਿੰਨੀ ਸ਼ਰਧਾ ਗੁਰੂ ਦੇ ਉੱਤੇ। ਇੱਕ ਨਿਰਜੀਵ ਪਦਾਰਥ, ਇੱਕ ਸੋਟੀ ਗੁਰੂ ਦੇ ਹੱਥ ਵਿੱਚ ਹੈ ਅਤੇ ਉਹਦੀ ਵੀ ਮਹਿਮਾ ਲਿਖ ਦਿੱਤੀ, ਉਹਦੀ ਵੀ ਵਡਿਆਈ ਲਿਖ ਦਿੱਤੀ ਕਵਿਤਾ ਦੇ ਵਿੱਚ। ਭਾਵਨਾ ਵਾਲਿਆਂ ਦੀ ਗੱਲ ਆ ਨਾ। ਅਤੇ ਗੁਰਮੁਖ ਪਿਆਰਿਓ, ਜੇ ਇੱਕ ਸੋਟੀ ਗੁਰੂ ਦੇ ਹੱਥ ਵਿੱਚ ਆ ਕੇ ਵੱਡਿਆਂ ਭਾਗਾਂ ਵਾਲੀ ਹੋ ਸਕਦੀ ਹੈ, ਅਤੇ ਜਿਹੜਾ ਮਨੁੱਖ ਗੁਰੂ ਚਰਨਾਂ ਵਿੱਚ ਆ ਜਾਂਦਾ, ਜਿਹੜਾ ਮਨੁੱਖ ਗੁਰੂ ਦੇ ਹੱਥ ਆ ਜਾਂਦਾ, ਉਹਦੇ ਕਿੰਨੇ ਕੁ ਵੱਡੇ ਭਾਗ ਹੋਣਗੇ ਸੋਚੋ। ਸੰਗਤ ਵਿੱਚ ਬੈਠੇ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ,
ਤੇ ਮਤਾ ਸਮਝੋ ਕਿ ਐਵੇਂ ਆ ਗਏ ਅਸੀਂ ਚੱਲ ਕੇ ਆਪਣੀ ਮਰਜ਼ੀ ਨਾਲ ਆ ਗਏ, ਨਹੀਂ, ਤੁਹਾਡੇ ਭਾਗ ਲੈ ਕੇ ਆਏ ਹੈ। ਜਿਨ ਮਸਤਕ ਧੁਰ ਹਰ ਲਿਖਿਆ ਤਿਨ ਹਰ ਲਿਖਤ ਲਿਲਾਟ ਲਿਖਾਸੇ। ਇਹ ਤੁਹਾਡੇ ਮੱਥੇ ਦੇ ਭਾਗ ਹੈ, ਉਹ ਲੈ ਕੇ ਆਏ ਹੈ। ਵੱਡਿਆਂ ਭਾਗਾਂ ਦੇ ਨਾਲ ਗੁਰੂ ਚਰਨਾਂ ਵਿੱਚ ਆਈਦਾ। ਇੱਕ ਵਾਰੀ ਨਾ ਗੁਰੂ ਦਰਬਾਰ ਲੱਗਿਆ ਹੋਇਆ, ਸਤਿਗੁਰ ਸੱਚੇ ਪਾਤਸ਼ਾਹ ਜੀ ਬੈਠੇ ਹੈ, ਸਤਿਗੁਰੂ ਜੀ ਦੇ ਹੱਥ ਵਿੱਚ ਇੱਕ ਸੋਹਣਾ ਸੁੰਦਰ ਚਮਕਦਾਰ ਪੱਥਰ ਫੜਿਆ ਹੋਇਆ। ਉਹਨੂੰ ਸਤਿਗੁਰੂ ਜੀ ਕਦੇ ਸੱਜੇ ਹੱਥ 'ਤੇ ਰੱਖਦੇ, ਕਦੇ ਖੱਬੇ ਹੱਥ 'ਤੇ ਰੱਖਦੇ ਹੈ। ਕਦੇ ਇੱਕ ਪਾਣੀ ਦਾ ਕੋਲ ਬਰਤਨ ਪਿਆ, ਉਹਦੇ ਉੱਪਰ ਇੱਦਾਂ ਕਰ ਲੈਂਦੇ ਆ, ਫਿਰ ਵਾਪਸ ਕਰ ਲੈਂਦੇ ਆ, ਇੱਦਾਂ ਕਰ ਲੈਂਦੇ ਆ। ਸੰਗਤ ਸਾਰੀ ਬੜੇ ਧਿਆਨ ਨਾਲ ਵੇਖ ਰਹੀ ਹੈ ਵੀ ਚੋਜੀ ਪ੍ਰੀਤਮ ਕੋਈ ਕੌਤਕ ਕਰ ਰਹੇ ਹੈ। ਉਹ ਪਾਣੀ ਦੀ ਬਾਲਟੀ ਮੰਨ ਲਓ, ਕੋਈ ਬਰਤਨ ਮੰਨ ਲਓ, ਕੋਈ ਪਾਣੀ ਦਾ ਬਰਤਨ ਪਿਆ ਸੀ ਵੱਡਾ, ਸਤਿਗੁਰੂ ਜੀ ਨੇ ਨਾ ਉਹਦੇ ਉੱਪਰ ਕਰਕੇ ਇਉਂ ਕਰਕੇ ਉਹ ਪੱਥਰ ਨੂੰ ਛੱਡ ਦਿੱਤਾ। ਜਦੋਂ ਪੱਥਰ ਡਿੱਗਿਆ ਤਾਂ ਕੁਦਰਤੀ ਗੱਲ ਹੈ ਵੀ ਜਿਹੜੀ ਚੀਜ਼ ਹੱਥੋਂ ਛੱਡੀਏ ਤਾਂ ਉਹ ਹੇਠਾਂ ਨੂੰ ਡਿੱਗਦੀ ਹੈ। ਔਰ ਵਿਗਿਆਨ ਵੀ ਇਸ ਗੱਲ ਨੂੰ ਕਹਿੰਦੀ ਹੈ ਵੀ ਇਹ ਜਿਹੜਾ ਗੁਰਤਾਕਰਸ਼ਣ ਹੈ ਧਰਤੀ ਦੇ ਵਿੱਚ ਵੀ ਹਰੇਕ ਚੀਜ਼ ਨੂੰ ਆਪਣੇ ਵੱਲ ਖਿੱਚਦਾ। ਉਹ ਵੱਡੇ ਵੱਡੇ ਵਿਗਿਆਨੀਆਂ ਨੇ ਖੋਜ ਕੀਤੀ ਨਾ ਵੀ ਫਲ ਜਿਹੜਾ ਦਰਖਤ ਨਾਲ ਟੁੱਟ ਕੇ ਹੇਠਾਂ ਇਹਨੂੰ ਕਿਉਂ ਆਇਆ, ਉਹ ਤਾਂ ਉਹਨੂੰ ਕਿਉਂ ਨਹੀਂ ਗਿਆ। ਉਹਨਾਂ ਨੇ ਇਹਨੂੰ ਆਖਿਆ ਗ੍ਰੈਵਿਟੀ ਆਫ ਫੋਰਸ, ਗ੍ਰੈਵਿਟੀ ਫੋਰਸ। ਇਹ ਜਿਹੜਾ ਗੁਰਤਾ ਬਲ ਹੈ, ਗੁਰਤਾਕਰਸ਼ਣ ਹੈ ਧਰਤੀ ਦੇ ਵਿੱਚ, ਉਹ ਖਿੱਚਦਾ ਹਰੇਕ ਚੀਜ਼ ਨੂੰ ਆਪਣੇ ਵੱਲ। ਮਹਾਰਾਜ ਸੱਚੇ ਪਾਤਸ਼ਾਹ ਸੰਗਤ ਨੂੰ ਸੰਬੋਧਨ ਹੋਣ ਕਰਕੇ ਕਹਿਣ ਲੱਗੇ, ਕਹਿੰਦੇ ਭਾਈ ਜਿਹੜਾ ਆ ਪੱਥਰ ਸੀ ਮੇਰੇ ਹੱਥ ਵਿੱਚ, ਇਹ ਪਾਣੀ ਵਿੱਚ ਡੁੱਬ ਕਿਉਂ ਗਿਆ। ਅਤੇ ਕਈ ਤਾਂ ਆਪਣੇ ਵਰਗੇ ਜ਼ਿਆਦਾ ਪੜ੍ਹੇ ਲਿਖੇ ਸਿੱਖ ਕਹਿੰਦੇ ਮਹਾਰਾਜ ਵੀ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ, ਤਾਂ ਸਵਾਲ ਹੀ ਨਹੀਂ ਬਣਦਾ ਵੀ ਜਿਹੜੀ ਚੀਜ਼ ਹੱਥੋਂ ਛੱਡਾਂਗੇ ਪਾਣੀ ਵਿੱਚ ਤਾਂ ਡੁੱਬੂਗੀ, ਹੇਠਾਂ ਨੂੰ ਜਾਣਾ, ਉਹਨੂੰ ਤਾਂ ਨੂੰ ਥੋੜ੍ਹੀ ਜਾਣਾ ਆਕਾਸ਼ ਵੱਲ ਨੂੰ। ਮਹਾਰਾਜ ਕਹਿੰਦੇ ਠੀਕ ਹੈ। ਕਹਿੰਦੇ ਭਾਈ ਹੋਰ ਕਈਆਂ ਤੋਂ ਪੁੱਛਿਆ, ਅੰਤ ਨੂੰ ਵਾਰੀ ਆਈ ਸਤਿਗੁਰੂ ਜੀ ਦੇ ਸ਼ਰਧਾ ਭਾਵਨਾ ਵਾਲੇ ਅਨੰਨ ਸਿੱਖ ਭਾਈ ਨੰਦ ਲਾਲ ਜੀ ਦੀ। ਭਾਈ ਨੰਦ ਲਾਲ ਜੀ ਨੂੰ ਕਹਿੰਦੇ ਨੰਦ ਲਾਲ ਭਾਈ ਤੂੰ ਦੱਸ ਦੇ ਵੀ ਇਹ ਪੱਥਰ ਡੁੱਬਿਆ ਕਿਉਂ। ਹੱਥ ਜੋੜ ਲਏ ਭਾਈ ਨੰਦ ਲਾਲ ਜੀ ਨੇ, ਅੱਖਾਂ ਵਿੱਚ ਨੀਰ ਭਰ ਲਿਆ ਤੇ ਘਗਿਆ ਕੇ ਆਵਾਜ਼ ਕੱਢੀ, ਕਹਿੰਦਾ ਕਲਗੀਆਂ ਵਾਲਿਆ ਪਾਤਸ਼ਾਹ, ਜਦੋਂ ਤੱਕ ਤੇਰੇ ਹੱਥਾਂ ਵਿੱਚ ਸੀ ਉਦੋਂ ਤੱਕ ਬਚਿਆ ਰਿਹਾ, ਜਦੋਂ ਤੁਹਾਡੇ ਹੱਥੋਂ ਨਿਕਲ ਗਿਆ ਤਾਂ ਇਹਨੇ ਡੁੱਬਣਾ ਹੀ ਸੀ। ਬੋਲੋ ਸਤਿਨਾਮ। ਜਿਹੜਾ ਗੁਰੂ ਦੇ ਹੱਥੋਂ ਨਿਕਲ ਗਿਆ ਉਹਨੇ ਡੁੱਬਣਾ ਹੀ ਹੈ ਨਾ, ਉਹ ਬਚੇਗਾ ਕਿਵੇਂ। ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਭਾਈ ਨੰਦ ਲਾਲ ਤੇ ਬਾਕੀ ਵੀ ਸੰਗਤ ਹੈਰਾਨ ਵੀ ਹਾਂ ਗੱਲ ਤਾਂ ਸਾਨੂੰ ਔੜੀ ਨਹੀਂ, ਅਸੀਂ ਤਾਂ ਆਪਣੀਆਂ ਮਨ ਦੀਆਂ ਮੱਤਾਂ ਚੱਕੀ ਫਿਰੇ, ਕਿਉਂਕਿ ਅਸੀਂ ਆਪਣੇ ਮਨ ਦੀ ਮੱਤ ਜ਼ਿਆਦਾ ਵੱਡੀ ਸਮਝਦੇ ਹਾਂ ਨਾ, ਗੁਰਮੱਤ ਨੂੰ ਤਾਂ ਛੋਟਾ ਹੀ ਸਮਝਦੇ ਹਾਂ। ਅੱਜ ਜੇ ਕਿਸੇ ਨੂੰ ਕਹੋ ਗੁਰਮੱਤ ਪੜ੍ਹ ਲਓ, ਬਾਣੀ ਪੜ੍ਹ ਲਓ, ਇਤਿਹਾਸ ਪੜ੍ਹ ਲਓ, ਅਤੇ ਜੇ ਅਸੀਂ ਕਹੀਏ ਨਾ ਪੇਰੈਂਟਸ ਨੂੰ ਵੀ ਪ੍ਰੇਰਨਾ ਦੇਈਏ, ਮਾਤਾ ਪਿਤਾ ਨੂੰ ਵੀ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ, ਆਪਾਂ ਸਿੱਖ ਹੈ, ਸਾਨੂੰ ਪਤਾ ਹੋਣਾ ਚਾਹੀਦਾ ਗੁਰੂ ਕੀ ਬਾਣੀ ਕੀ ਹੈ, ਸ਼ੁੱਧ ਪਾਠ ਕੀ ਹੈ। ਅਤੇ ਐਵੇਂ ਵਾਧੂ ਜਿਹਾ ਕੰਮ ਸਮਝਦੇ ਆ। ਇਹਨਾਂ ਨੂੰ ਲੱਗਦਾ ਵੀ ਜਿਹੜੀ ਸਕੂਲਾਂ ਵਾਲੀ ਪੜ੍ਹਾਈ ਹੈ, ਕਾਲਜਾਂ ਵਾਲੀ, ਯੂਨੀਵਰਸਿਟੀਆਂ ਵਾਲੀ ਪੜ੍ਹਾਈ ਹੈ, ਉਹ 'ਤੇ ਬਹੁਤੀ ਮਿਹਨਤ ਦੀ ਲੋੜ ਹੈ ਵੀ ਆਹ ਗੁਰਬਾਣੀ ਤਾਂ ਜਦੋਂ ਮਰਜ਼ੀ ਪੜ੍ਹ ਲਓ। ਪਰ ਜਦੋਂ ਪੜ੍ਹਨ ਲੱਗਦੇ ਆ ਉਦੋਂ ਪਤਾ ਲੱਗਦਾ ਵੀ ਇਹ ਜਿਹੜੀ ਗੁਰਮਤਿ ਦੀ ਵਿੱਦਿਆ ਨਾ, ਇਹਦੇ ਵਾਸਤੇ ਵੀ ਅਤਿਅੰਤ ਮਿਹਨਤ ਦੀ ਲੋੜ ਹੈ। ਉਸ ਪੜ੍ਹਾਈ ਨਾਲੋਂ ਕਿਤੇ ਜ਼ਿਆਦਾ ਮਿਹਨਤ ਦੀ ਜ਼ਰੂਰਤ ਹੈ, ਕਿਉਂਕਿ ਉਹ ਪੜ੍ਹਾਈ ਤਾਂ ਇੱਕ ਗਿਣਿਆ ਮਿਥਿਆ ਸਿਲੇਬਸ ਹੁੰਦਾ ਨਾ, ਬਲੂ ਪ੍ਰਿੰਟ ਦੇ ਦਿੰਦੇ ਆ ਵੀ ਇੰਨਾ ਕੁ ਪੜ੍ਹਾਉਣਾ ਹੈ, ਅਤੇ ਉਸ ਹਿਸਾਬ ਨਾਲ ਉਨਾ ਕੁ ਟੀਚਰ ਕਰਵਾ ਦਿੰਦੇ ਆ, ਅਤੇ ਉਹਦੇ ਵਿੱਚੋਂ ਹੀ ਕੋਈ 3 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਪੇਪਰ ਪੈਣਾ ਹੁੰਦਾ, ਐਗਜ਼ਾਮ ਹੋਣਾ ਹੁੰਦਾ। ਪਰ ਗੁਰੂ ਕੀ ਜਿਹੜੀ ਵਿੱਦਿਆ ਹੈ, ਗੁਰਮਤਿ ਵਿੱਦਿਆ ਹੈ, ਗੁਰਮੁਖ ਪਿਆਰਿਓ, ਇਹ ਤਾਂ ਪਤਾ ਹੀ ਨਹੀਂ, ਕੋਈ ਗਿਣਿਆ ਮਿਥਿਆ ਸਿਲੇਬਸ ਨਹੀਂ। ਕਿੰਨਾ ਕੁ ਸਾਡੇ ਕੋਲ ਇਤਿਹਾਸ ਪਿਆ, ਕਿੰਨੀ ਕੁ ਗੁਰਬਾਣੀ, ਰਹਿਤਨਾਮੇ, ਭਾਈ ਨੰਦ ਲਾਲ ਜੀ ਦੀ ਬਾਣੀ, ਭਾਈ ਗੁਰਦਾਸ ਜੀ ਦੀ ਬਾਣੀ, ਦਸਮ ਗ੍ਰੰਥ ਸਾਹਿਬ ਦੀ ਬਾਣੀ, ਹੋਰ ਕਵੀਆਂ ਲੇਖਕਾਂ ਨੇ ਜੋ ਸਤਿਗੁਰੂ ਦੀ ਮਹਿਮਾ ਵਿੱਚ ਲਿਖਿਆ। ਸਾਰੀ ਉਮਰ ਲਾ ਦਈਏ ਪੜ੍ਹ ਨਹੀਂ ਸਕਦੇ, ਕਈ ਜਨਮ ਲਾ ਦਈਏ ਪੜ੍ਹ ਨਹੀਂ ਸਕਦੇ, ਪਰ ਸਮਝਦੇ ਅਸੀਂ ਇਹਨੂੰ ਵਾਧੂ ਜਾਕਾਰ ਜੀ। ਗੁਰਮਤਿ ਦੀ ਵਿੱਦਿਆ ਸਿਰਮੌਰ ਹੈ, ਅਤੇ ਇਹਦੇ ਵਾਸਤੇ ਵੀ ਤੀਖਣ ਬੁੱਧੀ ਚਾਹੀਦੀ ਹੈ ਗੁਰਮਤਿ ਵਿੱਦਿਆ ਪੜ੍ਹਨ ਵਾਸਤੇ। ਠੀਕ ਹੈ, ਦੁਨਿਆਵੀ ਵਿੱਦਿਆ ਸਾਨੂੰ ਦੁਨੀਆ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਦੀ ਹੈ, ਦੁਨੀਆ ਦੇ ਹਾਣ ਦੇ ਹੋਣ ਲਈ ਪੜ੍ਹਨਾ ਜ਼ਰੂਰੀ ਹੈ, ਪਰ ਜੋ ਗੁਰਮਤਿ ਵਿੱਦਿਆ ਹੈ ਇਹ ਵੀ ਸਿੱਖ ਦਾ ਮੁੱਢਲਾ ਫਰਜ਼ ਹੈ ਪੜ੍ਹਨਾ। ਬਾਕੀ ਭਾਸ਼ਾਵਾਂ ਜਿੰਨੀਆਂ ਮਰਜ਼ੀ ਸਿੱਖੋ, ਗੁਰਮੁਖੀ ਪੰਜਾਬੀ ਹਰੇਕ ਸਿੱਖ ਨੂੰ ਸ਼ੁੱਧ ਪੜ੍ਹਨੀ ਆਉਣੀ ਚਾਹੀਦੀ ਹੈ। ਜੇ ਗੁਰਮੁਖੀ ਪੰਜਾਬੀ ਨਹੀਂ ਆਈ ਤਾਂ ਆਪਾਂ ਕਹਾਈ ਜਾਂਦੇ ਅਸੀਂ ਪੰਜਾਬੀ ਹਾਂ। ਕਾਹਦੇ ਪੰਜਾਬੀ ਹਾਂ ਬਈ? ਕਹਾਉਂਦੇ ਅਸੀਂ ਗੁਰਮੁਖ ਹਾਂ, ਗੁਰੂ ਦੇ ਪਿਆਰੇ ਗੁਰਮੁਖ। ਗੁਰਮੁਖੀ ਸਾਡੇ ਕੋਲ ਨਹੀਂ, ਅਤੇ ਫਿਰ ਅਸੀਂ ਗੁਰਮੁਖ ਕਾਹਦੇ ਹਾਂ? ਇਸ ਕਰਕੇ ਬਾਕੀ ਭਾਸ਼ਾਵਾਂ ਜਿੰਨੀਆਂ ਮਰਜ਼ੀ ਸਿੱਖੋ, ਬਾਕੀ ਵਿੱਦਿਆ 'ਤੇ ਮਿਹਨਤ ਕਰੋ ਵੱਧ ਤੋਂ ਵੱਧ, ਪਰ ਗੁਰਮਤਿ ਵਾਲੇ ਪਾਸੇ ਵੀ ਧਿਆਨ ਦੇਈਏ, ਮਾਤਾ ਪਿਤਾ ਧਿਆਨ ਦੇਣ,
ਆਪਣੇ ਬੱਚਿਆਂ ਨੂੰ ਗੁਰਮੁਖੀ ਗੁਰਮਤਿ ਦੀ ਵਿੱਦਿਆ ਜ਼ਰੂਰ ਪੜ੍ਹਾਉਣ। ਸੋ ਇਹ ਜਿਹੜੀ ਗੁਰਮਤਿ ਦੀ ਵਿੱਦਿਆ, ਗੁਰਮਤਿ ਵੱਡੀ ਹੈ। ਗੁਰਮਤਿ ਨੂੰ ਜਦੋਂ ਵੱਡਾ ਮੰਨ ਕੇ ਚੱਲਾਂਗੇ ਫਿਰ ਸਾਡੇ ਮਨ ਵਿੱਚ ਸ਼ਰਧਾ ਭਾਵਨਾ ਵੀ ਹੋਏਗੀ, ਅਤੇ ਨਹੀਂ ਤਾਂ ਸਾਨੂੰ ਲੱਗੇਗਾ ਇਹ ਪਾਠੀਆਂ ਦਾ ਕੰਮ ਹੈ, ਗ੍ਰੰਥੀਆਂ ਦਾ ਕੰਮ ਹੈ, ਰਾਗੀਆਂ ਦਾ, ਕਥਾਕਾਰਾਂ ਦਾ ਕੰਮ ਹੈ, ਸਾਡਾ ਕੰਮ ਨਹੀਂ। ਗੁਰਮਤਿ ਵਿੱਦਿਆ ਨੂੰ, ਗੁਰਮਤਿ ਨੂੰ ਵੱਡਾ ਸਮਝਣਾ, ਆਪਣੇ ਮਨ ਦੀ ਮੱਤ ਨੂੰ ਛੋਟਾ ਸਮਝਣਾ। ਆਪਣੇ ਮਨ ਦੀ ਮੱਤ ਹਮੇਸ਼ਾ ਛੋਟੀ ਹੋਈ ਹੁੰਦੀ ਹੈ। ਆਖਿਆ ਮਹਾਰਾਜ ਮੇਰੀ ਮੱਤ ਬੜੀ ਛੋਟੀ ਹੈ, ਪਰ ਜਿੱਥੋਂ ਤੱਕ ਮੈਨੂੰ ਲੱਗਦਾ ਹੈ, ਭਾਈ ਨੰਦ ਲਾਲ ਜੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਤੁਹਾਡੇ ਹੱਥੋਂ ਛੁੱਟ ਗਿਆ ਉਹਨੇ ਡੁੱਬਣਾ ਹੀ ਸੀ, ਕੀ ਕਰ ਸਕਦਾ ਸੀ। ਸੋ ਗੁਰਮੁਖੋ ਜਿਹੜਾ ਗੁਰੂ ਦੇ ਹੱਥ ਰਹਿੰਦਾ ਹੈ, ਗੁਰੂ ਦੇ ਕਹਿਣੇ ਵਿੱਚ ਰਹਿੰਦਾ, ਗੁਰੂ ਦੇ ਦਾਇਰੇ ਵਿੱਚ ਰਹਿੰਦਾ, ਉਹਦਾ ਭਲਾ ਹੁੰਦਾ। ਪਰ ਉਪਕਾਰੀ ਸਤਿਗੁਰੂ ਜੀ ਉਹਦੇ ਉੱਤੇ ਕਿਰਪਾ ਕਰਦੇ ਹੈ। ਅਤੇ ਜਦੋਂ ਗੁਰੂ ਦੀ ਕੱਢੀ ਹੋਈ ਕਾਰ ਤੋਂ, ਗੁਰੂ ਦੀ ਵਾਹੀ ਹੋਈ ਲੀਕ ਤੋਂ, ਗੁਰੂ ਦੀ ਰਹਿਤ ਮਰਿਆਦਾ ਤੋਂ ਬਾਹਰ ਜਾਵਾਂਗੇ ਅਤੇ ਫਿਰ ਗੁਰਮੁਖ ਪਿਆਰਿਓ ਫਿਰ ਸਾਡਾ ਹਾਲ ਮਾੜਾ ਹੀ ਹੋਣਾ ਨਾ, ਹਾਲੋਂ ਬੇਹਾਲ ਹੀ ਹੋਣਾ ਨਾ। ਕਿਸੇ ਵਿਦਵਾਨ ਨੇ ਲਿਖਿਆ, ਕਹਿੰਦਾ ਜੇਕਰ ਸੀਤਾ ਲੀਕ ਨਾ ਟੱਪਦੀ ਕਿਉਂ ਰਾਵਣ ਲੈ ਜਾਂਦਾ। ਲਛਮਣ ਰੇਖਾ ਕੱਢ ਕੇ ਗਏ ਸੀ ਨਾ ਲਛਮਣ ਜੀ। ਪਹਿਲਾਂ ਰਾਮਚੰਦਰ ਜੀ ਗਏ ਜਿਹੜਾ ਸੋਨੇ ਦੇ ਹਰ ਨੂੰ ਫੜਨ ਵਾਸਤੇ। ਇਹ ਮਾਤਾ ਸੀਤਾ ਨੇ ਜਿੱਦ ਕੀਤੀ ਵੀ ਮੈਨੂੰ ਤਾਂ ਉਹ ਜਿਹੜਾ ਮਰੀਚ ਸੋਨੇ ਦਾ ਹਰਨ ਉਹੀ ਚਾਹੀਦਾ, ਫੜ ਕੇ ਲੈ ਕੇ ਆਓ। ਉਹ ਹੈ ਤਾਂ ਇੱਕ ਛਲ ਜਿਹਾ ਬਣਾਇਆ ਹੋਇਆ ਸੀ, ਰਾਵਣ ਨੇ ਸੋਨੇ ਦਾ ਹਰਨ ਉੱਥੋਂ ਦੀ ਭਜਾਇਆ ਬਣਾ ਕੇ, ਅਤੇ ਤਾਂ ਕਿ ਉਹ ਪਾਸੇ ਚਲੇ ਜਾਣ ਅਤੇ ਸੀਤਾ ਦਾ ਅਪਹਰਨ ਕੀਤਾ ਜਾ ਸਕੇ। ਆਪਣੀ ਭੈਣ ਦੇ ਨੱਕ ਅਤੇ ਕੰਨ ਜਿਹੜੇ ਲਛਮਣ ਨੇ ਔਰ ਰਾਮਚੰਦਰ ਨੇ ਕੱਟ ਦਿੱਤੇ ਸਨ, ਉਸ ਗੱਲ ਦਾ ਬਦਲਾ ਲਿਆ ਜਾ ਸਕੇ ਸਰੂਪ ਨਖਾ ਦੇ ਅਪਮਾਨ ਦਾ। ਪਰ ਜਦੋਂ ਉਹ ਸੋਨੇ ਦੇ ਹਰਨ ਨੂੰ ਲੈਣ ਰਾਮਚੰਦਰ ਜੀ ਗਏ, ਉਹ ਕਾਫੀ ਦੇਰ ਵਾਪਸ ਨਾ ਮੁੜੇ। ਫਿਕਰ ਹੋਇਆ, ਆਖਿਆ ਤੁਹਾਡੇ ਭਰਾਤਾ ਜੀ ਨੂੰ ਲੈ ਕੇ ਆਓ। ਲਛਮਣ ਜੀ ਜਾਓ, ਅਤੇ ਆਖਿਆ ਮੇਰੀ ਡਿਊਟੀ ਲਾ ਕੇ ਗਏ ਆ ਵੀ ਤੂੰ ਸੀਤਾ ਨੂੰ ਇਕੱਲੀ ਛੱਡ ਕੇ ਨਹੀਂ ਜਾਣਾ। ਫਿਰ ਜਦੋਂ ਬਹੁਤੀ ਜਿੱਦ ਕੀਤੀ, ਤ੍ਰਿਆਹਟ ਕੀਤਾ, ਅਤੇ ਉਹ ਆਲੇ ਦੁਆਲੇ ਇੱਕ ਕਾਰ ਕੱਢ ਗਏ ਸੀ, ਲੀਕ ਵਾਹ ਗਏ ਸੀ, ਜਿਹਦਾ ਗੁਰਬਾਣੀ ਵਿੱਚ ਵੀ ਜ਼ਿਕਰ ਆਉਂਦਾ, ਚੌਗਿਰਦ ਹਮਾਰਾ ਰਾਮ ਕਾਰ ਦੁੱਖ ਲੱਗਾ ਨਾ ਭਾਈ। ਰਾਮ ਦੀ ਕਾਰ ਕੀ ਹੈ? ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ। ਜਦੋਂ ਤੱਕ ਉਹ ਵਾਹਿਗੁਰੂ ਦੀ ਆਗਿਆ ਵਿੱਚ ਰਵਾਂਗੇ ਉਦੋਂ ਤੱਕ ਕੋਈ ਦੁੱਖ ਨਹੀਂ ਆਵੇਗਾ, ਨੇੜੇ ਨਹੀਂ ਪਹੁੰਚ ਸਕਦਾ। ਸੋ ਉਹ ਲਛਮਣ ਰੇਖਾ ਨੂੰ ਜਦੋਂ ਟੱਪ ਕੇ ਰਾਵਣ ਨੂੰ ਭਿਖਾਰੀ ਦੇ ਰੂਪ ਦੇ ਵਿੱਚ, ਫਕੀਰ ਦੇ ਰੂਪ ਵਿੱਚ ਜਦੋਂ ਆਇਆ, ਖੈਰ ਪਾਉਣ ਸੀਤਾ ਜਾਂਦੀ ਹੈ, ਅਤੇ ਉਸ ਵੇਲੇ ਉਹਦਾ ਅਪਹਰਨ ਹੁੰਦਾ ਨਾ। ਵਿਦਵਾਨ ਨੇ ਉਹ 2 ਲਾਈਨਾਂ ਵਿੱਚ ਉਹ ਸਾਰਾ ਇਤਿਹਾਸ ਲਿਖ ਦਿੱਤਾ। ਕਹਿੰਦਾ ਜੇਕਰ ਸੀਤਾ ਲੀਕ ਨਾ ਟੱਪਦੀ ਕਿਉਂ ਰਾਵਣ ਲੈ ਜਾਂਦਾ, ਰਸਤਾ ਛੋੜ ਕੁਰਸਤੇ ਪੈ ਜਾਏ ਸੋਈਓ ਧੱਕੇ ਖਾਂਦਾ। ਗੁਰੂ ਦਾ ਰਸਤਾ ਛੱਡ ਕੇ ਕੁਰਸਤੇ ਮਾੜੇ ਮਾਰਗ 'ਤੇ ਪਗ ਡੰਡੀਆਂ 'ਤੇ ਚੱਲੇਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਰਾਹ ਛੱਡ ਕੇ ਦੇਹਧਾਰੀ ਰੂਪੀ ਪਗ ਡੰਡੀਆਂ 'ਤੇ ਚੱਲੇਗਾ। ਗੁਰੂ ਦਾ ਰਸਤਾ ਛੱਡ ਕੇ ਮੜੀਆਂ ਕਬਰਾਂ ਵਾਲੀਆਂ ਪਗ ਡੰਡੀਆਂ 'ਤੇ ਚੱਲੇਗਾ। ਉਹ ਪਗ ਡੰਡੀਆਂ ਕਿਸੇ ਨਾ ਕਿਸੇ ਜੱਟ ਦੇ ਖੇਤ ਵਿੱਚ ਜਾ ਕੇ ਖਤਮ ਹੋ ਜਾਣਗੀਆਂ, ਉਹਨਾਂ ਨੇ ਪਾਰ ਨਹੀਂ ਪਹੁੰਚਾਉਣਾ ਮੰਜ਼ਿਲ ਦੇ ਉੱਤੇ। ਇਹ ਤਾਂ ਸ਼ਾਹ ਰਾਹ ਜਿਹੜਾ ਸਤਿਗੁਰ ਨੇ ਦਿੱਤਾ ਨਾ, ਵੱਡੀ ਸ਼ਾਹੀ ਸੜਕ ਸਾਨੂੰ ਇਸੇ ਨੇ ਪਾਰ ਲਾਉਣਾ ਹੈ। ਗੁਰੂ ਨੇ ਜਿਹੜਾ ਪੰਥ ਰਸਤਾ ਮੱਗ ਦਿੱਤਾ ਹੈ, ਇਸ ਰਸਤੇ ਉੱਤੇ ਚੱਲਿਆ ਸਾਡਾ ਪਾਰ ਉਤਾਰਾ ਹੋਣਾ। ਸੋ ਭਾਈ ਗੁਰੂ ਦੀ ਕਾਰ ਵਿੱਚ ਰਹੀਏ, ਗੁਰੂ ਦੀ ਲੀਕ ਦੇ ਅੰਦਰ ਰਹੀਏ, ਗੁਰੂ ਦੀ ਮਿੱਤ ਮਰਿਆਦਾ ਦੇ ਅੰਦਰ ਰਹੀਏ। ਜੇਕਰ ਸੀਤਾ ਲੀਕ ਨਾ ਟੱਪਦੀ ਕਿਉਂ ਰਾਵਣ ਲੈ ਜਾਂਦਾ, ਰਸਤਾ ਛੋੜ ਕੁਰਸਤੇ ਪੈ ਜਾਏ ਸੋਈਓ ਧੱਕੇ ਖਾਂਦਾ। ਗੁਰੂ ਦੇ ਰਸਤੇ ਚੱਲੀਏ, ਗੁਰੂ ਦੇ ਹੱਥ ਵਿੱਚ ਰਹੀਏ, ਗੁਰੂ ਦੇ ਹੱਥੋਂ ਨਾ ਨਿਕਲੀਏ, ਅਤੇ ਫਿਰ ਅਸੀਂ ਡੁੱਬਾਂਗੇ ਨਹੀਂ ਉਹ ਪੱਥਰ ਵਾਂਗੂ। ਆਪਣੇ ਮਨ ਦੀ ਮੱਤ ਨੂੰ ਛੋਟਾ ਕਰਕੇ ਜਾਣੀਏ, ਗੁਰੂ ਦੀ ਮੱਤ ਨੂੰ ਵੱਡਾ ਕਰਕੇ ਜਾਣੀਏ। ਅਤੇ ਸੋ ਇਸ ਪ੍ਰਕਾਰ ਕਹਿੰਦੇ ਸਤਿਗੁਰੂ ਜੀ ਦੇ ਜਿਹੜਾ ਹੱਥ ਵਿੱਚ ਹੈ ਨਾ, ਉਹਦੇ ਵੱਡੇ ਭਾਗ ਹੈ। ਉਹ ਜਿਹੜੀ ਸਤਿਗੁਰੂ ਦੇ ਹੱਥ ਵਿੱਚ ਸੋਟੀ ਛੜੀ ਵੀ ਫੜੀ ਹੋਈ ਆ ਕਾਲੇ ਰੰਗ ਦੀ, ਕਵੀ ਕਹਿੰਦਾ ਉਹਦੇ ਬਹੁਤ ਵੱਡੇ ਭਾਗ ਹੈ। ਵੱਡਿਆਂ ਭਾਗਾਂ ਨਾਲ ਗੁਰੂ ਦੇ ਹੱਥ ਆਈ ਹੈ। ਕਹਿੰਦੇ ਮੋਸੋ ਕਹਿਬੇ ਬਣਤ ਹੈ, ਕਹਿੰਦੇ ਉਸ ਛੜੀ ਦੇ, ਉਸ ਸੋਟੀ ਦੇ ਕਹਿੰਦੇ ਸ਼ੋਭਾ ਵਿੱਚ, ਉਹਦੇ ਜਸ ਵਿੱਚ, ਉਹਦੀ ਮਹਿਮਾ ਦੇ ਵਿੱਚ ਕਹਿੰਦੇ ਮੇਰਾ ਤਾਂ ਕਹਿਣਾ ਹੀ ਬਣਦਾ, ਮੈਨੂੰ ਕਹਿਣਾ ਚਾਹੀਦਾ, ਉਹਦੀ ਮਹਿਮਾ ਕਰਨੀ ਚਾਹੀਦੀ ਹੈ। ਜਦੋਂ ਸਤਿਗੁਰੂ ਜੀ ਤੁਸੀਂ ਕ੍ਰਿਸ਼ਨ ਭਗਵਾਨ ਦੇ ਰੂਪ ਦੇ ਵਿੱਚ ਆ ਕੇ ਅਵਤਾਰ ਲਿਆ ਸੀ, ਉਸ ਵੇਲੇ ਬੰਸਰੀ ਬਣ ਕੇ ਇਹ ਸੋਟੀ ਤੁਹਾਡੇ ਮੁਖ ਨਾਲ, ਤੁਹਾਡੇ ਹੋਠਾਂ ਨਾਲ ਲੱਗੀ ਰਹਿੰਦੀ ਸੀ।
ਹੁਣ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰੂਪ ਦੇ ਵਿੱਚ ਪ੍ਰਗਟ ਹੋਏ ਹੋ ਤਾਂ ਹਮੇਸ਼ਾ ਤੁਹਾਡੇ ਹੱਥ ਵਿੱਚ ਹੀ ਸ਼ੋਭਾ ਪਾ ਰਹੀ ਹੈ। ਪੂਰਨ ਪੁਰਖ ਅਵਤਾਰ ਆਨ ਲੀਨ ਆਪ। ਇਹ ਦੁਨੀਆ ਦੇ ਲੋਕੋ ਮਤਾ ਸਮਝਿਓ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਈ ਆਮ ਇਨਸਾਨ ਹੈ, ਆਮ ਇਨਸਾਨ ਨਹੀਂ। ਕਹਿੰਦੇ ਪੂਰਨ ਪੁਰਖ ਅਵਤਾਰ ਆਨ ਲੀਨ ਆਪ। ਹਾਲਾਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਆਪਣੇ ਆਪ ਨੂੰ ਦਾਸ ਕਹਾਉਂਦੇ ਹੈ, ਪਰ ਕਵੀ ਦੀ ਭਾਵਨਾ ਕਹਿੰਦਾ ਮਤਾ ਸਮਝੋ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਈ ਆਮ ਮਨੁੱਖ ਹੈ। ਕਿਉਂਕਿ ਅੱਜ ਕੱਲ੍ਹ ਤਾਂ ਗੁਰੂ ਸਾਹਿਬ ਨੂੰ ਆਮ ਮਨੁੱਖ ਕਹਿਣ ਵਾਲਿਆਂ ਦੇ ਵੀ ਬੜੇ ਪ੍ਰਚਾਰ ਜ਼ੋਰਾਂ ਸ਼ੋਰਾਂ 'ਤੇ ਆ ਨਾ। ਮਹਾਰਾਜ ਨੂੰ ਵੀ ਆਮ ਬੰਦਾ ਹੀ ਸਮਝਦੇ ਆਪਣੇ ਵਰਗਾ, ਅਤੇ ਆਪਣੀ ਕਸਵੱਟੀ 'ਤੇ ਰੱਖ ਰੱਖੀ ਪਰਖੀ ਜਾਣਗੇ ਮਹਾਰਾਜ ਨੂੰ ਵੀ ਜਿਹੜਾ ਕੰਮ ਅਸੀਂ ਨਹੀਂ ਕਰ ਸਕਦੇ ਉਹ ਗੁਰੂ ਵੀ ਨਹੀਂ ਕਰ ਸਕਦਾ। ਜਿੱਥੇ ਸਾਡੀ ਪਹੁੰਚ ਨਹੀਂ ਉੱਥੇ ਗੁਰੂ ਦੀ ਪਹੁੰਚ ਨਹੀਂ। ਗੁਰਮੁਖੋ ਗੁਰੂ ਨਾਮ ਹੀ ਵੱਡੇ ਦਾ ਹੈ, ਅਤੇ ਫਿਰ ਗੁਰੂ ਵੱਡਾ ਕਿਵੇਂ ਹੋਇਆ ਸਾਡੇ ਤੋਂ ਜੇ ਅਸੀਂ ਉਹਨੂੰ ਆਮ ਇਨਸਾਨ ਹੀ ਸਮਝਦੇ। ਆਪਣੇ ਪ੍ਰਫੇਖ ਦੇ ਵਿੱਚ ਹੀ ਪਰਖਦੇ ਰਹੇ ਗੁਰੂ ਨੂੰ। ਗੁਰੂ ਆਮ ਪੁਰਖ ਨਹੀਂ, ਕਹਿੰਦੇ ਪੂਰਨ ਪੁਰਖ। ਪੂਰਨ ਪੁਰਖ ਕੌਣ ਹੈ? ਇੱਕ ਅਕਾਲ ਪੁਰਖ ਵਾਹਿਗੁਰੂ ਹੀ ਪੂਰਨ ਪੁਰਖ ਹੈ, ਜਿਹਨੂੰ ਮੂਲ ਮੰਤਰ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਆ ਕਰਤਾ ਪੁਰਖ। ਸਭ ਕੁਝ ਕਰਨ ਕਰਾਉਣ ਵਾਲਾ ਜਿਹੜਾ ਪੁਰਖ ਹੈ। ਪੁਰੀ ਪੁਰੀ ਬਸੰਤਾ ਸਾ ਪੁਰਖਾ। ਸਭ ਪੁਰੀਆਂ ਪੁਰੀਆਂ ਵਿੱਚ ਸਭ ਜਗ੍ਹਾ ਦੇ ਉੱਤੇ ਜੋ ਵਿਆਪਕ ਹੈ, ਜਿਹਦੀ ਹੋਂਦ ਹੈ, ਸੱਤਾ ਵਾਲਾ ਹੈ, ਉਹਨੂੰ ਪੁਰਖ ਕਿਹਾ ਜਾਂਦਾ। ਔਰ ਪੂਰਨ ਪੁਰਖ, ਉਸ ਪੂਰਨ ਪੁਰਖ ਅਕਾਲ ਪੁਰਖ ਵਾਹਿਗੁਰੂ ਦਾ ਅਵਤਾਰ ਇਸ ਧਰਤੀ ਦੇ ਉੱਤੇ ਆਪ ਆਇਆ ਹੈ। ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰਬਾਰ ਦੇ ਵਿੱਚ ਜੋ ਮਨ ਵਿੱਚ ਚਿਤ ਵਲੀਏ, ਜੋ ਮਨ ਦੇ ਵਿੱਚ ਇੱਛਾ ਰੱਖ ਲਈਏ, ਉਹੀ ਪ੍ਰਾਪਤ ਕਰ ਲਈਦਾ ਹੈ। ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਘਟਾਂ ਘਟਾਂ ਦੇ ਵਿੱਚ ਵਾਸਾ ਕਰਦੇ ਆ, ਹਰ ਹਿਰਦੇ ਵਿੱਚ ਵਸਦੇ ਆ। ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਜੋ ਹਰੇਕ ਹਿਰਦੇ ਵਿੱਚ, ਹਰੇਕ ਘਰ ਦੇ ਵਿੱਚ ਜਿਨ੍ਹਾਂ ਦਾ ਵਾਸਾ ਹੈ, ਅਬਨਾਸੀ ਨਾਮ ਜਾਗੋ ਜਗ। ਅਤੇ ਜਿਨ੍ਹਾਂ ਦਾ ਨਾਮ ਸੰਸਾਰ ਦੇ ਵਿੱਚ ਅਬਨਾਸ਼ੀ ਪੁਰਖ ਕਿਹਾ ਜਾਂਦਾ ਹੈ। ਇੱਕ ਤਾਂ ਹੁੰਦਾ ਨਾ ਵਿਨਾਸ਼, ਖਤਮ ਹੋਣ ਵਾਲਾ ਵਿਨਾਸ਼ੀ, ਅਤੇ ਜਿਹਦਾ ਵਿਨਾਸ਼ ਨਾ ਹੋਵੇ, ਖਤਮ ਨਾ ਹੋਵੇ, ਉੱਥੇ ਐੜਾ ਅਗੇਤਰ ਲਾ ਕੇ ਬਣ ਜਾਂਦਾ ਅਬਿਨਾਸੀ, ਜੋ ਕਦੇ ਖਤਮ ਨਹੀਂ ਹੁੰਦਾ। ਕਹਿੰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹ ਵਾਹਿਗੁਰੂ ਦਾ ਰੂਪ ਹੈ ਜਿਹਦਾ ਨਾਮ ਅਬਿਨਾਸੀ ਸੰਸਾਰ ਵਿੱਚ ਪ੍ਰਸਿੱਧ ਹੈ। ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਦਾ ਸਾਖਸ਼ਾਤ ਸਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਨ। ਕਰਤਾ ਕਰਨਹਾਰ, ਜਿਹੜਾ ਕਰਤਾ ਮੰਨਿਆ ਗਿਆ ਨਾ ਦੁਨੀਆ ਦਾ, ਬ੍ਰਹਮਾ, ਦੁਨੀਆ ਨੂੰ ਰਚਣ ਵਾਲਾ, ਕਹਿੰਦੇ ਉਹਦੇ ਵੀ ਕਰਨਹਾਰ ਹੈ। ਬ੍ਰਹਮਾ ਨੂੰ ਵੀ ਪੈਦਾ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਸੋਈ ਦਿਖਰਾਈਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਉਹ ਹੀ ਦਿਖਾਈ ਦੇ ਰਹੇ ਹਨ। ਤੇਗ ਤਿਆਗ ਪੂਰੇ। ਨੌਵੇਂ ਗੁਰ ਨੰਦ ਜਗ ਬੰਦ ਤੇਗ ਤਿਆਗ ਪੂਰੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੌਵੇਂ ਸਤਿਗੁਰੂ ਨਾਨਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨੰਦ ਕਹੀਏ ਸੁਪੁੱਤਰ ਹਨ। ਜਗ ਬੰਦ, ਸਾਰਾ ਸੰਸਾਰ ਜਿਨ੍ਹਾਂ ਨੂੰ ਬੰਦਨਾ ਕਰਦਾ, ਨਮਸਕਾਰ ਕਰਦਾ ਹੈ। ਔਰ ਤੇਗ ਤਿਆਗ ਪੂਰੇ। ਤੇਗ ਦੇ ਵੀ ਪੂਰੇ ਹੈ, ਤੇਗ ਦੇ ਵੀ ਮਾਹਰ ਹੈ, ਤਲਵਾਰ ਦੇ ਵੀ ਧਨੀ ਹਨ, ਅਤੇ ਤਿਆਗ ਦੇ, ਮਾਇਆ ਨੂੰ ਤਿਆਗਣ ਦੇ ਵਿੱਚ ਵੀ ਸੰਪੂਰਨ ਹਨ। ਮੰਗਲ ਕਵੀ ਜੀ ਕਹਿ ਰਹੇ ਹੈ ਕਿ ਐਸੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਇਹ ਅਸਥਾਨ ਹੈ ਅਨੰਦਪੁਰ ਸਾਹਿਬ, ਸੋ ਥਾਈਏ, ਉਹ ਜਿਹੜਾ ਥਾਂ ਹੈ, ਸਥਾਨ ਹੈ, ਇੱਥੇ ਸਭ ਕੁਝ ਆਨੰਦ ਮੰਗਲ ਹੈ, ਇੱਥੇ ਸਭ ਕੁਝ ਖੁਸ਼ੀ ਭਰਪੂਰ ਹੈ। ਜਾਂ ਇਉਂ ਕਹੋ ਵੀ ਜਿਹੜੇ ਇਹ ਮੰਗਲ ਕਵੀ ਆ ਆਪਣੇ ਕਿਸੇ ਹੋਰ ਸਾਥੀ ਨੂੰ, ਦੋਸਤ ਨੂੰ ਕਹਿ ਰਹੇ ਹੈ ਵੀ ਇਹ ਬੜੀ ਸ਼ੋਭਾ ਵਾਲੀ ਥਾਂ ਹੈ, ਬੜਾ ਸ਼ੋਭਨੀਕ ਜਗ੍ਹਾ ਹੈ ਅਨੰਦਪੁਰ ਸਾਹਿਬ ਨਗਰ, ਅਤੇ ਇੱਥੇ ਅਸੀਂ ਬੜੇ ਆਨੰਦ ਵਿੱਚ ਰਹਿੰਦੇ ਹਾਂ। ਤੁਸੀਂ ਵੀ ਆ ਕੇ ਇੱਥੇ ਆਨੰਦ ਪ੍ਰਾਪਤ ਕਰੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੋ ਰਾਜਾ ਸਵਰੂਪ ਹਨ, ਆਨੰਦ ਦੇ ਦਾਤੇ ਹਨ, ਆਨੰਦ ਦੀ ਬਖਸ਼ਿਸ਼ ਕਰਨ ਵਾਲੇ ਹਨ, ਖੁਸ਼ੀਆਂ ਬਖਸ਼ਣ ਵਾਲੇ। ਜਿਹੜਾ ਵੀ ਕਹਿੰਦੇ ਆਨੰਦ ਚਾਹੁੰਦਾ ਹੈ, ਮਿੱਤਰਾ ਜੇ ਤੂੰ ਆਨੰਦ ਚਾਹੁੰਦਾ ਹੈ ਤਾਂ ਆ ਜਾ, ਤੂੰ ਵੀ ਇੱਥੇ ਆਨੰਦਪੁਰ ਸਾਹਿਬ ਵਿਖੇ ਪਹੁੰਚ ਜਾ।
ਵੱਡੇ ਵੱਡੇ ਜਿਹੜੇ ਦਿਜਨ ਕਹੀਏ ਵੇਦਾਂ ਦੇ ਪਾਠੀ ਬ੍ਰਾਹਮਣ ਹੈ, ਕਹਿੰਦੇ ਉਹਨਾਂ ਦੇ ਦਲਾਂ ਦੇ ਦਲ, ਥੋੜ੍ਹੇ ਬਹੁਤੇ ਨਹੀਂ, ਬਹੁਤ ਸਾਰੇ ਬ੍ਰਾਹਮਣ ਸਤਿਗੁਰੂ ਦੇ ਦਰਬਾਰ ਵਿੱਚ ਆਉਂਦੇ ਸਨ। ਇਸੇ ਤਰ੍ਹਾਂ ਜੋਗੀ ਜੰਗਮ ਜਮਾਤ ਦਵਾਰ, ਸੋ ਇਸੇ ਪ੍ਰਕਾਰ ਕਹਿੰਦੇ ਬਹੁਤ ਸਾਰੇ ਜੋਗੀ ਤੇ ਜੰਗਮ ਜਿਹੜਾ ਫਿਰਕਾ ਹੁੰਦਾ ਇਹਨਾਂ ਦਾ, ਇੱਕ ਜਿਹੜੇ ਮੰਗਣ ਵਾਲੇ ਹੁੰਦੇ ਨਹੀਂ, ਸਿਰ ਦੇ ਉੱਤੇ ਮੋਰ ਖੰਭ ਜੇ ਲਾਏ ਹੁੰਦੇ ਆ, ਉਹਨਾਂ ਨੇ ਅਜੀਬ ਜੇ ਤਰ੍ਹਾਂ ਬੰਨ੍ਹ ਕੇ ਉੱਪਰ ਪੱਟੀਆਂ ਜਾਂ ਪੱਗ ਦੀ ਤਰ੍ਹਾਂ, ਤੇ ਹੱਥਾਂ ਵਿੱਚ ਟੱਲੀਆਂ ਜਾਂ ਖੜਕਾਉਂਦੇ ਫਿਰਦੇ ਹੁੰਦੇ ਆ, ਹਰ ਹਰ ਗੰਗੇ ਕਰਦੇ, ਆਮ ਆਪਾਂ ਪਿੰਡਾਂ ਸ਼ਹਿਰਾਂ ਵਿੱਚ ਦੇਖਦੇ ਹਾਂ। ਸੋ ਉਹ ਇਸ ਪ੍ਰਕਾਰ ਜੰਗਮਾਂ ਦੀ ਜਮਾਤ ਤੇ ਇਹ ਸਤਿਗੁਰ ਦੇ ਦਵਾਰ ਦੇ ਉੱਤੇ ਆ ਕੇ ਖੜੇ ਰਹਿੰਦੇ ਹਨ। ਬੰਦੀ ਜਨ ਕਿਤਕ ਹੈ ਜਗਤ ਮੈਂ ਜਾਏਗੀ। ਬੰਦੀ ਜਨ ਕਹਿੰਦੇ ਹੈ ਜਿਹੜੇ ਆ ਕੇ ਕਿਸੇ ਦੇ ਦੁਆਰੇ ਉੱਤੇ ਸ਼ੋਭਾ ਕਰਨ ਤੇ ਫਿਰ ਉਹ ਸ਼ੋਭਾ ਦੇ ਇਵਜ਼ ਦੇ ਵਿੱਚ ਕੁਝ ਨਾ ਕੁਝ ਲੈ ਕੇ ਜਾਣ। ਜਿਵੇਂ ਟੱਲੀਆਂ ਖੜਕਾਉਣ ਵਾਲੇ ਵੀ ਉਹ ਸ਼ੋਭਾ ਹੀ ਕਰਦੇ ਹੁੰਦੇ ਆ ਨਾ, ਆ ਕੇ ਉਹ ਭਗਵਾਨ ਸ਼ਿਵ ਜੀ ਤੇ ਪਾਰਵਤੀ ਦੇ ਗੀਤ ਗਾਉਂਦੇ ਫਿਰਦੇ ਹੁੰਦੇ ਆ, ਜੈ ਜੈ ਸ਼ਿਵ ਸ਼ੰਕਰ, ਕਾਂਟਾ ਲੱਗੇ ਨਾ ਕੰਕਰ, ਉਹ ਇੱਦਾਂ ਵਜਾਉਂਦੇ ਟੱਲੀਆਂ ਜਾਂ ਵਜਾਉਂਦੇ ਤੇ ਉਹ ਲੋਕਾਂ ਤੋਂ ਆ ਕੇ ਮੰਗਦੇ ਆ। ਤੇ ਜੇ ਤਾਂ ਕੋਈ ਉਹਨਾਂ ਨੂੰ ਦੇ ਦੇਵੇ ਕੁਛ, ਫਿਰ ਤਾਂ ਉਹਦੀ ਮਹਿਮਾ ਦੇ ਵਿੱਚ ਗਾਇਨ ਕਰ ਜਾਂਦੇ ਆ, ਤੇ ਜੇ ਉਹਨਾਂ ਨੂੰ ਕੁਝ ਨਾ ਦੇਵੇ ਫਿਰ ਉਹ ਗਾਲਾਂ ਵੀ ਕੱਢ ਜਾਂਦੇ, ਉਹ ਆਪਣੀ ਟੱਲੀ ਜੀ ਦੇ ਸ਼ੋਰ ਜੇ ਦੇ ਵਿੱਚ, ਆਪਣੇ ਆਨੰਦ ਦੇ ਵਿੱਚ ਉਹ ਗਲਤ ਵੀ ਬੋਲ ਜਾਂਦੇ ਆ, ਚੰਗਾ ਵੀ ਬੋਲ ਜਾਂਦੇ ਆ ਜੇ ਉਹਨਾਂ ਨੂੰ ਕੁਝ ਦੇ ਦੇਵੇ, ਤੇ ਮਾੜਾ ਵੀ ਬੋਲ ਜਾਂਦੇ ਆ। ਸੋ ਕਈ ਵਾਰ ਜੇ ਕੋਈ ਨਾ ਦੇਵੇ ਫਿਰ ਉਹ ਕਹਿੰਦੇ ਜੈ ਜੈ ਸ਼ਿਵ ਸ਼ੰਭੂ, ਇਹਦਾ ਢਾਹ ਦੇ ਘਰ 'ਤੇ ਬਣਾ ਦੇ ਤੰਬੂ, ਇੱਦਾਂ ਵੀ ਕਹਿ ਜਾਂਦੇ ਆ। ਸੋ ਇਸ ਪ੍ਰਕਾਰ ਜਿਹੜੇ ਜਸ ਕਰਨ ਵਾਲੇ, ਜਿਵੇਂ ਭੱਟ ਹੁੰਦੇ ਆ, ਰਾਜਿਆਂ ਦੇ ਦਰਬਾਰਾਂ ਵਿੱਚ ਭੱਟ ਹੁੰਦੇ ਸਨ, ਉਹ ਸ਼ੋਭਾ ਕਰਦੇ ਸਨ। ਗੁਰੂ ਸਾਹਿਬ ਦੀ ਵੀ ਸ਼ੋਭਾ ਭੱਟਾਂ ਨੇ ਕੀਤੀ, ਭੱਟਾਂ ਦੇ ਸਵਈਏ ਪੜ੍ਹਦੇ ਹਾਂ ਆਪਾਂ, ਔਰ ਉਹ ਸ਼ੋਭਾ ਦੇ ਇਵਜ਼ ਦੇ ਵਿੱਚ ਉਹਨਾਂ ਨੂੰ ਕੁਝ ਮਾਇਆ ਮਿਲਦੀ ਹੈ। ਇਸ ਤਰ੍ਹਾਂ ਕਹਿੰਦੇ ਬ੍ਰਾਹਮਣਾਂ ਦੇ ਦਲਾਂ ਦੇ ਦਲ, ਜੋਗੀਆਂ ਜੰਗਮਾਂ ਦੀਆਂ ਜਮਾਤਾਂ ਗੁਰੂ ਦੁਆਰੇ 'ਤੇ ਖੜੀਆਂ ਰਹਿੰਦੀਆਂ। ਤੇ ਬੰਦੀ ਜਨ ਜਿਹੜੇ ਸ਼ੋਭਾ ਕਰਨ ਵਾਲੇ ਲੋਕ ਹੈ, ਇਹ ਵੀ ਕਿੰਨੇ ਹੀ ਜਗਤ ਮੈਂ ਜਾਹੇ ਕੀ, ਜਹਾਨ ਦੇ ਵਿੱਚ ਜਿਹੜੇ ਕਹਿੰਦੇ ਆ ਕੇ ਸਤਿਗੁਰ ਦੇ ਦਰ 'ਤੇ ਖੜੇ ਰਹਿੰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਂ ਸ਼ੁਭ ਅਸ਼ੁਭ ਸਾਰਿਆਂ ਨੂੰ ਬਖਸ਼ਦੇ ਆ, ਕੋਈ ਚੰਗਾ ਆ ਜੇ ਮਾੜਾ ਆ ਜੇ, ਉਹਨਾਂ ਦੇ ਦੁਆਰੇ ਦੇ ਉੱਤੇ ਸਾਰਿਆਂ ਨੂੰ ਬਖਸ਼ਿਸ਼ਾਂ ਕਰਦੇ ਆ, ਸ਼ੁਭਾ ਅਸ਼ੁਭ, ਔਰ ਨਿੱਤ ਪ੍ਰਤੀ ਸੁਬਾਹ ਹੀ ਬਖਸ਼ ਦਿੰਦੇ ਆ। ਇਹ ਨਹੀਂ ਵੀ ਉਹਨਾਂ ਨੂੰ ਐਵੇਂ ਦੁਆਰ ਦੇ ਉੱਤੇ ਖੜਾਈ ਰੱਖਣਾ, ਉਡੀਕ ਵਿੱਚ ਵੀ ਖੜੇ ਰਹੋ ਤੇ ਤੁਹਾਨੂੰ ਸ਼ਾਮ ਨੂੰ ਦੇਵਾਂਗੇ, ਘੰਟੇ ਨੂੰ ਦਿੰਦੇ ਆ, 2 ਘੰਟਿਆਂ ਨੂੰ ਦਿੰਦੇ ਆ, ਵੇਟ ਨਹੀਂ ਕਰਵਾਉਂਦੇ। ਜਿਹੜਾ ਆਉਂਦਾ ਜਾਂਦਾ ਉਹਨੂੰ ਬਖਸ਼ਿਸ਼ਾਂ ਕਰਦੇ ਆ। ਕਿੰਨੀਆਂ ਬਖਸ਼ਿਸ਼ਾਂ ਕਰਦੇ ਆ? ਸ਼ੁਭਾ ਸ਼ੁਭ ਲੇਤ ਦੇਤ ਲੱਛਣ ਕੋ ਲੱਛ ਰੋਜ਼, ਲੱਖਾਂ ਹੀ ਲੋਕ ਆਉਂਦੇ ਆ ਤੇ ਲੱਖਾਂ ਹੀ ਰੁਪਈਆ ਸਤਿਗੁਰੂ ਜੀ ਉਹਨਾਂ ਨੂੰ ਵੰਡਦੇ ਹਨ, ਦਾਨ ਕਰਦੇ ਹਨ। ਸਤਿਗੁਰੂ ਜੀ ਨੂੰ ਇਉਂ ਇੰਨਾ ਵੱਡਾ ਦਾਨ ਕਰਦਿਆਂ ਵੇਖ ਕੇ ਕਵੀ ਕਹਿੰਦਾ ਹੈ ਵੀ ਦੇਖ ਦੇਖ ਕੇ ਨਾ ਸੁਰ ਨਾਹੇ ਕੀ, ਇੰਦਰ ਵਰਗੇ ਜਿਹੜੇ ਦੇਵਤੇ ਆ ਉਹਨਾਂ ਦੀ ਵੀ ਸੁੱਧ ਬੁੱਧ ਮੱਤ ਮਾਰੀ ਜਾਂਦੀ ਹੈ, ਸੁੱਧ ਬੁੱਧ ਭੁੱਲ ਜਾਂਦੀ ਹੈ ਉਹਨਾਂ ਨੂੰ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦਾਨ ਕਰਨ ਦੀ ਜਿਹੜੀ ਇਹ ਗੱਲ ਹੈ ਸਾਰੇ ਜਹਾਨ ਦੇ ਵਿੱਚ ਪ੍ਰਚਲਿਤ ਹੋ ਗਈ, ਪ੍ਰਸਿੱਧ ਹੈ। ਸਤਿਗੁਰੂ ਜੀ ਦੇ ਦੁਆਰੇ ਦੇ ਉੱਤੇ ਜਿਹੜੇ ਭਿੱਖਿਆ ਮੰਗਣ ਵਾਲੇ ਭਿਖਾਰੀ ਵੀ ਆ ਗਏ ਨਾ, ਸਤਿਗੁਰੂ ਜੀ ਨੇ ਉਹਨਾਂ ਨੂੰ ਇੰਨਾ ਦਾਨ ਦਿੱਤਾ ਕਿ ਕੀਏ ਹੈ ਭੂਪ, ਉਹਨਾਂ ਨੂੰ ਵੀ ਰਾਜੇ ਬਣਾ ਦਿੱਤਾ। ਰਾਜਿਆਂ ਜਿੰਨਾ ਧਨ ਪਦਾਰਥ ਸਤਿਗੁਰੂ ਨੇ ਉਹਨਾਂ ਨੂੰ ਦਾਨ ਵਿੱਚ ਭਿੱਖਿਆ ਵਿੱਚ ਹੀ ਦੇ ਦਿੱਤਾ। ਭਿਖਾਰੀ ਜਿਹੜੇ ਭਿੱਖਕ ਸਤਿਗੁਰੂ ਜੀ ਦੇ ਦਰ ਦੇ ਉੱਤੇ ਆਏ, ਉਹ ਰਾਜਿਆਂ ਦੇ ਸਮਾਨ ਹੋ ਗਏ ਤੇ ਪਰਵਾਹ ਨਾ ਕਾਹੇ ਕੀ, ਉਹ ਕਿਸੇ ਦੀ ਪਰਵਾਹ ਨਹੀਂ ਕਰਦੇ, ਕਿਸੇ ਦੀ ਕਾਨ ਕਨੌੜ ਨਹੀਂ ਝੱਲਦੇ, ਕਿਸੇ ਦੇ ਅੱਗੇ ਫਿਰ ਹੱਥ ਨਹੀਂ ਫੈਲਾਉਂਦੇ ਹਨ। ਕਹਿੰਦੇ ਜਿਹੜਾ ਬਲੀ ਰਾਜਾ ਹੋਇਆ, ਪ੍ਰਹਲਾਦ ਭਗਤ ਦਾ ਪੋਤਰਾ, ਬੜਾ ਦਾਨੀ ਸੀ ਜਿਹੜਾ ਬਲੀ ਰਾਜਾ ਸੀ, ਇਹਦੇ ਦੁਆਰ ਦੇ ਉੱਤੇ ਆ ਕੇ ਇਹਨਾਂ ਦੇ ਦਾਨ ਦੀ ਮਹਿਮਾ ਸੁਣ ਕੇ ਤੇ ਭਗਵਾਨ ਵਿਸ਼ਨੂੰ 52 ਰੂਪ ਹੋ ਕੇ ਆਇਆ, 52 ਜਿਹਾ ਰੂਪ ਧਾਰ ਕੇ, 52 ਉਂਗਲਾਂ ਦਾ ਸਰੀਰ, 52 ਰੂਪ ਆ ਕੇ ਗਿੱਠਮੁੱਠੀਆ ਜਿਹਾ ਬਣ ਕੇ ਆ ਗਿਆ, ਬ੍ਰਾਹਮਣ ਦਾ ਰੂਪ ਧਾਰਨ ਕਰਕੇ ਆ ਕੇ ਆਖਿਆ, ਰਾਜੇ ਬਲੀ ਮੈਂ ਸੁਣਿਆ ਤੂੰ ਬੜਾ ਦਾਨੀ ਹੈ ਤੇ ਮੈਨੂੰ ਵੀ ਕੁਝ ਦਾਨ ਕਰ ਦੇ। ਕਹਿੰਦੇ ਬ੍ਰਾਹਮਣ ਜੀ ਦੇਵਤਾ ਜੀ ਦੱਸੋ ਕੀ ਦਾਨ ਚਾਹੀਦਾ? ਬਲੀ ਰਾਜਾ ਕੀ ਕਰ ਸਕਦਾ ਤੁਹਾਡੇ ਵਾਸਤੇ? ਕਹਿਣ ਲੱਗਾ ਜੀ ਹੋਰ ਬਹੁਤਾ ਕੁਝ ਨਹੀਂ ਚਾਹੀਦਾ, ਬਸ ਆ ਤੁਹਾਡੇ ਦੁਆਰੇ ਦੇ ਉੱਤੇ ਭਗਤੀ ਕਰਨੀ ਹੈ। ਇੱਥੇ 2.5 ਕਦਮ ਜਿਹੜੇ ਆ ਨਾ, 2.5 ਕਰਮਾ
ਮੈਨੂੰ ਜਗ੍ਹਾ ਦੇ ਦਿਓ, ਤੁਹਾਡੇ ਦੁਆਰੇ ਉੱਤੇ ਬਹਿ ਕੇ ਇੱਥੇ ਭਗਤੀ ਕਰਨੀ ਹੈ। ਕਹਿੰਦੇ ਜੀ ਦੇ ਦਿੰਦੇ ਆ। ਕਹਿੰਦੇ ਨਹੀਂ ਇੱਦਾਂ ਨਹੀਂ, ਪ੍ਰਣ ਕਰੋ, ਚੂਲੀ ਛੱਡੋ। ਪੁਰਾਣੇ ਸਮੇਂ ਵਿੱਚ ਨਾ ਪਾਣੀ ਦੀ ਭਰ ਕੇ ਚੂਲੀ ਛੱਡਦੇ ਹੁੰਦੇ ਸੀ, ਜਲ ਦੇਵਤਾ ਨੂੰ ਸਾਕਸ਼ੀ ਮੰਨ ਕੇ ਵੀ ਆਹ ਤੈਨੂੰ ਵਚਨ ਦਿੱਤਾ ਵੀ ਤੈਨੂੰ ਆਹ ਚੀਜ਼ ਦਿੱਤੀ। ਬਲੀ ਰਾਜੇ ਨੇ ਚੂਲੀ ਛੱਡੀ। ਉਧਰ ਹੁਣ ਇਹ ਕਿਉਂਕਿ ਬਲੀ ਰਾਜਾ ਸੀ ਨਾ ਜਿਹੜਾ, ਇਹ ਦੈਂਤ ਸੀ, ਹਰਨਾਕਸ਼ ਦੀ ਕੁਲ ਵਿੱਚੋਂ ਸੀ ਨਾ, ਪ੍ਰਹਲਾਦ ਦਾ ਪੁੱਤਰ ਸੀ, ਉਹ ਦੈਤਾਂ ਦੀ ਕੁਲ ਸੀ, ਪਰ ਹੈ ਭਗਤੀ ਵਾਲਾ। ਸਤਿਗੁਰੂ ਦੀ ਆਰਾਧਨਾ ਤਾਂ ਵਾਹਿਗੁਰੂ ਦੀ ਸਾਰੇ ਹੀ ਕਰਦੇ ਆ, ਦੇਵਤੇ ਵੀ ਕਰਦੇ ਆ, ਦੈਂਤ ਵੀ ਕਰਦੇ ਆ। ਪਰ ਜਦੋਂ ਕੋਈ ਦੈਂਤ ਦਾਨਵ ਭਗਤੀ ਕਰਨ ਲੱਗਦਾ ਸੀ ਨਾ, ਤਾਂ ਇੰਦਰ ਦਾ ਸਿੰਘਾਸਣ ਡੋਲ ਜਾਂਦਾ ਸੀ ਵੀ ਇਹ ਕਿਤੇ ਬਹੁਤੀ ਭਗਤੀ ਕਰਕੇ ਮੇਰੇ ਇੱਥੇ ਰਾਜ ਭਾਗ 'ਤੇ ਆ ਕੇ ਕਾਬਜ ਨਾ ਹੋ ਜੇ। ਉਹਨੇ ਬੇਨਤੀ ਕਰਕੇ ਵਿਸ਼ਨੂੰ ਨੂੰ ਭੇਜਿਆ। ਵਿਸ਼ਨੂੰ ਜੀ ਨੇ ਆ ਕੇ ਫਿਰ ਛਲ ਕੀਤਾ। ਛਲ ਕਿਵੇਂ ਕੀਤਾ? 2.5 ਕਰਮਾਂ ਜਿਹੜੀ ਧਰਤੀ ਦੀ ਮੰਗ ਕੀਤੀ। ਬਲੀ ਰਾਜੇ ਨੇ ਆਖਿਆ ਜੀ ਧਰਤੀ ਤੁਹਾਨੂੰ ਦਿੱਤੀ, ਮਿਣ ਲਓ, ਬ੍ਰਾਹਮਣ ਜੀ ਮਿਣ ਲਓ। ਜਦੋਂ ਇਹ ਵਚਨ ਕੀਤਾ ਤੇ ਭਗਵਾਨ ਵਿਸ਼ਨੂੰ ਨੇ ਆਪਣਾ ਜਿਹੜਾ ਛੋਟਾ ਜਿਹਾ ਬੌਨਾ ਜਿਹਾ ਸਰੂਪ ਸੀ ਨਾ, ਉਹ ਤੋਂ ਬਾਅਦ ਫਿਰ ਆਪਣਾ ਬਹੁਤ ਵੱਡਾ ਵਿਰਾਟ ਸਰੂਪ ਧਾਰਨ ਕਰ ਲਿਆ। ਗੁਰਬਾਣੀ ਵਿੱਚ ਇਸ ਘਟਨਾ ਦਾ ਜ਼ਿਕਰ ਹੈ। ਕਰੋ 28 ਧਰਤੀ ਮੰਗੈ, 52 ਰੂਪ ਬਹਾਨੈ। 2.5 ਕਦਮ ਧਰਤੀ ਮੰਗੀ। ਜਦੋਂ ਵਚਨ ਕਰਤਾ ਤੇ ਭਗਵਾਨ ਨੇ 2 ਕਦਮਾਂ ਵਿੱਚ ਸਾਰੀ ਧਰਤੀ ਮਿਣਤੀ। ਕਹਿੰਦਾ ਵੀ ਅੱਧਾ ਕਦਮ ਹੋਰ ਚਾਹੀਦਾ, ਅੱਧੀ ਕਰਮ ਹੋਰ ਚਾਹੀਦੀ ਹੈ ਧਰਤੀ, ਉਹ ਵੀ ਦੇ। ਵਚਨ ਕੀਤਾ। ਜਦੋਂ ਇਹ ਵਚਨ ਕੀਤਾ ਤੇ ਬਲ ਰਾਜਾ ਲੰਮਾ ਪੈ ਗਿਆ। ਕਹਿੰਦਾ ਭਗਵਾਨ ਜੀ ਅੱਧੀ ਕਰਮ ਆ ਮੇਰੇ ਸਰੀਰ ਨੂੰ ਮਿਣ ਲਓ, ਮੇਰੇ ਸਰੀਰ ਦਾ ਨਾਪ ਲੈ ਲਓ। ਉਸ ਵੇਲੇ ਕਹਿੰਦੇ 52 ਰੂਪ ਨੇ ਵਿਰਾਟ ਰੂਪ ਜਦੋਂ ਧਾਰਨ ਕੀਤਾ, ਬਲੀ ਰਾਜੇ ਦੇ ਛਾਤੀ ਦੇ ਉੱਤੇ ਪੈਰ ਰੱਖਿਆ। ਇੰਨੇ ਜ਼ੋਰ ਦੀ ਪੈਰ ਰੱਖਿਆ ਕਿ ਉਹਨੂੰ ਧੱਕ ਕੇ ਹੇਠਾਂ ਪਤਾਲ ਦੇ ਵਿੱਚ ਲੈ ਗਏ। ਹੁਣ ਬਲੀ ਰਾਜਾ ਪਤਾਲ ਦੇ ਵਿੱਚ ਚਲਿਆ ਗਿਆ। ਜਦੋਂ ਭਗਵਾਨ ਜੀ ਵਾਪਸ ਜਾਣ ਲੱਗੇ ਨਾ, ਚਰਨਾਂ ਤੋਂ ਫੜ ਲਿਆ ਬਲੀ ਰਾਜੇ ਨੇ। ਕਹਿੰਦਾ ਭਗਵਾਨ ਜੀ ਚੱਲੇ ਕਿੱਧਰੋਂ? ਕਹਿੰਦਾ ਬਸ ਮੇਰਾ ਕੰਮ ਸੀ, ਤੈਨੂੰ ਛਲਣਾ ਸੀ, ਮੈਂ ਛਲ ਕੇ ਤੇ ਹੁਣ ਵਾਪਸ ਜਾ ਰਿਹਾ। ਬਲੀ ਰਾਜਾ ਕਹਿੰਦਾ ਜੀ ਐਉਂ ਨਹੀਂ ਜਾਣ ਦਿੰਦਾ। ਜੇ ਮੈਂ ਵਚਨ ਕੀਤਾ ਸੀ ਨਾ 2.5 ਕਰਮਾਂ ਧਰਤੀ ਦੇਣ ਦਾ, ਮੈਂ ਪੂਰਾ ਕੀਤਾ ਨਾ, ਤੁਹਾਡਾ ਭਗਤ ਹੋ ਕੇ ਮੈਂ ਵਚਨ ਪੂਰਾ ਕੀਤਾ ਤੇ ਤੁਸੀਂ ਭਗਵਾਨ ਹੋ ਕੇ ਵਚਨ ਤੋਂ ਮੁੱਕਰਦੇ ਕਿਉਂ? ਉਹ ਕਹਿੰਦੇ ਕਿਹੜਾ ਵਚਨ? ਕਹਿੰਦੇ ਤੁਸੀਂ ਵਚਨ ਕੀਤਾ ਸੀ ਵੀ ਤੇਰੇ ਦੁਆਰੇ ਉੱਤੇ ਬਹਿ ਕੇ ਭਗਤੀ ਕਰੂੰਗਾ। ਕਹਿੰਦੇ ਜਾਣਾ ਨਹੀਂ, ਹੁਣ ਇੱਥੇ ਬੈਠ ਕੇ ਭਗਤੀ ਕਰ ਲੈ। ਤੇ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਭਗਤ ਨਾਮਦੇਵ ਜੀ ਨੇ। ਕਹਿੰਦੇ ਨਾਮਾ ਕਹੈ ਭਗਤ ਵਸ ਕੇਸਵ, ਅਜ ਹੂੰ ਬਲ ਕੇ ਦੁਆਰ ਖਰੋ। ਭਗਤ ਦੇ ਵਸ ਵਿੱਚ, ਬਲੀ ਰਾਜੇ ਦੇ ਵਸ ਵਿੱਚ ਹੋਇਆ। ਕਹਿੰਦੇ ਅੱਜ ਤੱਕ ਵੀ ਉਹਦੇ ਦੁਆਰੇ ਉੱਤੇ ਖੜਾ। ਬੋਲੋ ਸਤਨਾਮ। ਅਜ ਹੂੰ ਬਲ ਕੇ ਦੁਆਰ ਖਰੋ। ਸੋ ਐਸੇ ਜਿਹੜੇ ਬਲੀ ਰਾਜੇ ਵਰਗੇ ਬਹੁਤ ਵੱਡੇ ਵੱਡੇ ਦਾਨੀ, ਬੈਨੂ ਰਾਜੇ ਵਰਗੇ ਦਾਨੀ, ਬਿਕਰਮ ਨਾ ਭੋਜ ਹੂੰ ਮੈਂ ਮੌਜ ਐਸੀ। ਸੋ ਕਹਿੰਦੇ ਜਿਹੜਾ ਬਿਕਰਮਾ ਦੱਤ ਰਾਜਾ ਸੀ, ਜਿਹੜੇ ਨੇ ਅੰਨ ਦੇ ਛੇਤਰ ਹੀ ਲਾਏ ਹੋਏ ਸੀ ਆਪਣੇ ਸਾਰੇ ਸ਼ਹਿਰ ਦੇ ਰਾਜਧਾਨੀ ਦੇ ਆਲੇ ਦੁਆਲੇ, ਵੀ ਜਿਹੜਾ ਇਹਦੇ ਨਗਰ ਵਿੱਚ ਆਵੇ ਉਹਨੂੰ ਆ ਕੇ ਭੋਜਨ ਦੀ ਮੰਗ ਨਾ ਕਰਨੀ ਪਵੇ। ਪਹਿਲਾਂ ਹੀ ਕਹਿਣ ਵੀ ਇੱਥੇ ਭੋਜਨ ਛਕ ਕੇ ਜਾ, ਫਿਰ ਭਾਈ ਨਗਰ ਵਿੱਚ ਪ੍ਰਵੇਸ਼ ਕਰੀ। ਹਰੇਕ ਪਾਸੇ ਇਹਨੇ ਇਹ ਛੇਤਰ ਲਾਏ ਹੋਏ ਸੀ। ਬੜਾ ਦਾਨੀ ਸੀ ਬਿਕਰਮਾ ਦੱਤ ਰਾਜਾ, ਜਿਹਦੇ ਨਾਮ ਦੇ ਉੱਤੇ ਆ ਬਿਕਰਮੀ ਸੰਮਤ ਚੱਲਦਾ ਹੈ, ਜਿਹਨੂੰ ਅੱਜ ਸਾਡਾ ਇੱਕ ਬੜਾ ਕੱਟੜਵਾਦੀ ਟੋਲਾ ਨਾ ਸਿੱਖਾਂ ਦਾ, ਉਹ ਕਹਿੰਦਾ ਜੀ ਇਹ ਤਾਂ ਬ੍ਰਾਹਮਣਾਂ ਦਾ ਬਿਕਰਮੀ ਕੈਲੰਡਰ। ਬ੍ਰਾਹਮਣ ਤੇ ਉਹ ਕੀ, ਉਹ ਜਿਹੜਾ ਬਿਕਰਮਾ ਦੱਤ ਰਾਜਾ ਸੀ ਉਹ ਬ੍ਰਾਹਮਣ ਦੇਖ ਕੇ ਦਾਨ ਦਿੰਦਾ ਸੀ। ਉਹਦੇ ਦੁਆਰੇ 'ਤੇ ਤਾਂ ਕੋਈ ਆ ਜਾਂਦਾ। ਉਹ ਬ੍ਰਾਹਮਣਾਂ ਦਾ ਥੋੜ੍ਹੀ ਸੀ, ਰਜਿਸਟਰੀ ਥੋੜ੍ਹੀ ਕਰਾਈ ਸੀ ਬ੍ਰਾਹਮਣਾਂ ਨੇ ਉਹਦੀ। ਕੋਈ ਆ ਜਾਂਦਾ, ਹਰੇਕ ਨੂੰ ਦਾਨ ਦਿੰਦਾ ਸੀ। ਉਹ ਨਹੀਂ ਦੇਖਦਾ ਸੀ ਕੋਈ ਵੱਡਾ ਛੋਟਾ। ਉਹਨੇ ਭੋਜਨ ਦੇ ਛੇਤਰ ਲਾਏ ਹੋਏ ਸਨ, ਲੰਗਰ ਲਾਏ ਹੋਏ ਸਨ। ਇੱਕ ਵਾਰੀ ਇਹਨੇ ਆਪਣੇ ਦਰਬਾਰੀਆਂ ਨੂੰ ਪੁੱਛਿਆ, ਕਹਿੰਦਾ ਵੀ ਦੱਸੋ ਐਡੀ ਪਾਤਸ਼ਾਹੀ ਮੈਨੂੰ ਕਿਵੇਂ ਮਿਲੀ ਹੈ? ਮੈਂ ਸੁਣਿਆ ਵੀ ਕਿਸੇ ਨੇ ਕੋਈ ਨਾ ਕੋਈ ਕਰਮ ਕੀਤਾ ਹੁੰਦਾ ਉਹਦਾ ਫਲ ਮਿਲਦਾ। ਮੈਂ ਐਸਾ ਕਿਹੜਾ ਕਰਮ ਕੀਤਾ ਵੀ ਮੈਨੂੰ ਆ ਬਿਕਰਮਾ ਦੱਤ ਰਾਜੇ ਨੂੰ ਐਡੀ ਵੱਡੀ ਪਦਵੀ ਮਿਲ ਗਈ, ਮੈਂ ਐਡਾ ਦਾਨ ਪੁੰਨ ਕਰਦਾ ਹੈ? ਉਹ ਰਾਜਿਆਂ ਨੇ ਜੋਤਸ਼ੀਆਂ ਨੂੰ ਬੁਲਾ ਲਿਆ, ਜਿਹੜੇ ਤਿੰਨੇ ਕਾਲਾਂ ਦੀਆਂ ਗੱਲਾਂ ਦੱਸਣ ਵਾਲੇ ਹੈ। ਉਹ ਜੋਤਸ਼ੀ ਕਹਿੰਦੇ ਰਾਜਾ ਸਾਹਿਬ, ਕਹਿੰਦੇ ਅਸੀਂ ਨਹੀਂ ਦੱਸ ਸਕਦੇ, ਤੁਹਾਡੇ ਜਿਹੜੀ ਵਜ਼ੀਰ ਦੀ ਲੜਕੀ ਹੈ ਨਾ ਉਹ ਦੱਸ ਸਕਦੀ ਹੈ, ਉਹ ਤੁਹਾਨੂੰ ਰਾਹ ਪਾ ਸਕਦੀ ਹੈ। ਰਾਜੇ ਬਿਕਰਮਾ ਦੱਤ ਨੇ ਵਜ਼ੀਰ ਦੀ ਲੜਕੀ ਨੂੰ ਬੁਲਾ ਲਿਆ। ਕਹਿੰਦੇ ਹਾਂ ਭਾਈ ਦੱਸ, ਆ ਜਿਹੜੀ ਮੇਰੀ ਐਡੀ ਸ਼ੋਭਾ ਹੈ, ਪਾਤਸ਼ਾਹੀ ਮੈਨੂੰ ਮਿਲੀ ਹੋਈ ਹੈ, ਇਹ ਕਿਵੇਂ ਮਿਲੀ ਹੈ, ਕਿਹੜੇ ਕਰਮ ਦਾ ਫਲ ਹੈ? ਉਹ ਕਹਿੰਦੀ ਰਾਜਾ ਸਾਹਿਬ ਇਹਦਾ ਜਵਾਬ ਤੁਹਾਨੂੰ ਮੈਂ ਨਹੀਂ ਦੱਸ ਸਕਦੀ, ਪਰ ਰਸਤਾ ਦੱਸ ਸਕਦੀ ਹਾਂ ਵੀ ਤੁਹਾਨੂੰ ਕੌਣ ਦੱਸੇਗਾ। ਕਹਿੰਦੇ ਦੱਸ।
ਕਹਿੰਦੇ ਜੰਗਲ ਦੇ ਵਿੱਚ ਜਾਓ, ਉੱਥੇ 3 ਸਾਧੂ ਬੈਠੇ ਆ, ਉਹਨਾਂ ਤੋਂ ਤੁਹਾਡੇ ਇਸ ਸਵਾਲ ਦਾ ਜਵਾਬ ਹੈ, ਉਹ ਜਵਾਬ ਦੇਣਗੇ। ਬਲੀ ਰਾਜਾ ਉਹ ਦੱਸੀ ਜਗ੍ਹਾ 'ਤੇ ਜੰਗਲ ਵਿੱਚ ਚਲਿਆ ਗਿਆ। ਹੁਣ ਅੱਗੇ ਜਾ ਕੇ ਵੇਖਦਾ ਹੈ ਇੱਕ ਸਾਧੂ ਬੈਠਾ, ਤਨ ਉਹਦਾ ਬੜਾ ਕਮਜ਼ੋਰ ਹੈ, ਭੁੱਖਾ ਮਰ ਰਿਹਾ। ਹੁਣ ਭੁੱਖੇ ਤੇ ਆਏ ਬੰਦੇ ਦਾ ਤਨ ਕਮਜ਼ੋਰ ਹੀ ਹੋਣਾ, ਦੁਖੀ ਹੋਣਾ, ਬੜਾ ਵਿਆਕੁਲ ਹੈ। ਬਲੀ ਰਾਜੇ ਨੇ ਜਾ ਕੇ ਪੁੱਛਿਆ ਵੀ ਤੇਰੀ ਆਹ ਹਾਲਤ ਕਿਵੇਂ ਹੋਈ? ਕਹਿੰਦਾ ਜੀ ਬਸ ਭਗਤੀ ਵਿੱਚ ਭੰਗਣਾ ਪੈ ਗਈ। ਇੱਕ ਵਾਰੀ ਪਰਮੇਸ਼ਰ ਆਇਆ ਸੀ ਕਿਸੇ ਮੰਗਤੇ ਦਾ ਰੂਪ ਧਾਰਨ ਕਰਕੇ, ਤੇ ਕਹਿੰਦੇ ਆ ਕੇ ਮੈਨੂੰ ਕਹਿੰਦਾ ਪਰਮੇਸ਼ਰ ਵੀ ਮੈਂ ਭੋਜਨ ਛਕਣਾ। ਤੇ ਮੈਂ ਕਿਹਾ ਵੀ ਕੋਈ ਐਵੇਂ ਮੰਗਤਾ ਆਇਆ, ਤੇ ਮੈਂ ਇਹਨੂੰ ਕਿਹਾ ਵੀ ਮੇਰੇ ਕੋਲ 3 ਕੀ ਪ੍ਰਸ਼ਾਦੇ ਸ਼ਹਿਰ 'ਚੋਂ ਮੈਨੂੰ ਮਿਲੇ ਆ, ਤੇ ਵੀ 2 ਮੈਂ ਛਕ ਲੈਣਾ, 1 ਤੂੰ ਛਕ ਲਾ। ਉਹ ਕਹਿੰਦਾ ਨਾ ਮੈਂ ਤਾਂ 3 ਛਕਣੇ, 3 ਮੈਨੂੰ ਦੇ। ਕਹਿੰਦਾ ਮੈਂ ਔਖੇ ਸੌਖੇ ਨੇ 3 ਦੇ ਤਾਂ ਦਿੱਤੇ, ਪਰ ਨਾਲ ਮੈਂ ਉਹਨੂੰ ਕਹਿਤਾ ਵੀ ਹੁਣ ਤੂੰ ਤਾਂ 3 ਖਾ ਕੇ ਰੱਜ ਗਿਆ, ਮੈਂ ਤਾਂ ਭੁੱਖਾ ਹੀ ਮਰੂੰਗਾ। ਉਸੇ ਵੇਲੇ ਕਹਿੰਦੇ ਉਹ ਭਗਵਾਨ ਨੇ ਕਹਿਤਾ ਵੀ ਤਥਾਸਤੂ, ਐਸਾ ਹੀ ਹੋਵੇਗਾ, ਭੁੱਖਾ ਹੀ ਮਰੇਗਾ। ਕਹਿੰਦਾ ਉਦੋਂ ਤੋਂ ਬਸ ਭੁੱਖਾ ਤੇ ਹਾਇਆ ਹੀ ਮਰੀ ਜਾਂਦਾ। ਜੰਗਲ ਦੇ ਵਿੱਚ ਫਲ ਬੂਟੇ ਬਹੁਤ ਕੁਝ ਹੈ, ਪਰ ਸਰਾਪ ਲੱਗਿਆ ਹੋਇਆ, ਇਸ ਕਰਕੇ ਭੁੱਖਾ ਮਰ ਰਿਹਾ। ਕਹਿੰਦਾ ਫਿਰ ਮੇਰਾ ਦੱਸੋ ਵੀ ਮੈਂ ਐਡਾ ਪਾਤਸ਼ਾਹ ਕਿਵੇਂ ਬਣਿਆ? ਕਹਿੰਦੇ ਇਸ ਸਵਾਲ ਦਾ ਜਵਾਬ ਨਾ ਅੱਗੇ ਇੱਕ ਸਾਧੂ ਬੈਠਾ, ਉਹ ਜਵਾਬ ਦੇਵੇਗਾ, ਉਹਦੇ ਕੋਲੇ ਚਲੇ ਜਾਓ। ਬਲੀ ਰਾਜਾ ਜਿਹੜਾ ਸੀ, ਵਾਹਿਗੁਰੂ ਬਿਕਰਮਾਦੱਤ ਰਾਜਾ ਅਗਾਂਹ ਚਲਿਆ ਗਿਆ। ਰਾਜਾ ਬਿਕਰਮਾਦੱਤ ਜਾ ਕੇ ਫਿਰ ਅਗਲੇ ਸਾਧੂ ਕੋਲੇ ਜਦੋਂ ਪਹੁੰਚਿਆ, ਵੇਖਦਾ ਵੀ ਉਹ ਸਵਾਹ ਖਾਈ ਜਾਂਦਾ, ਸਵਾਹ ਹੀ ਭੱਖੀ ਜਾਂਦਾ। ਪੁੱਛਿਆ ਵੀ ਇਹ ਸੰਤ ਜੀ ਤੁਸੀਂ ਸਵਾਹ ਕਾਹਤੇ ਖਾ ਰਹੇ ਹੋ, ਕਿਉਂ ਖਾਂਦੇ ਹੋ ਸਵਾਹ? ਆਖਿਆ ਮੈਨੂੰ ਸਰਾਪ ਲੱਗਿਆ ਹੋਇਆ। ਕੀ ਵਾਰਤਾ ਹੋਈ? ਕਹਿੰਦੇ ਪਰਮੇਸ਼ਰ ਆਇਆ ਸੀ ਮੰਗਤੇ ਦੇ ਰੂਪ ਦੇ ਵਿੱਚ, ਆ ਕੇ ਮੈਥੋਂ ਰੋਟੀ ਮੰਗੀ, 3 ਰੋਟੀਆਂ ਸਨ। ਮੈਂ ਆਖਿਆ ਵੀ 2 ਮੈਂ ਖਾ ਲੈਣਾ, 1 ਤੂੰ ਖਾ। ਕਹਿੰਦਾ ਨਾ ਮੈਂ ਤਾਂ 3 ਹੀ ਖਾਣੀਆਂ। ਕਹਿੰਦਾ ਮੈਂ ਔਖੇ ਸੌਖੇ ਨੇ ਦੇ ਦਿੱਤੀਆਂ, ਜਦੋਂ ਖਾ ਲਈਆਂ ਨਾ ਮੇਰੇ ਸਾਹਮਣੇ, ਮੇਰਾ ਮਨ ਬੜਾ ਲਲਚਾਇਆ ਵੀ ਜੇ ਮੈਂ ਖਾਧੀਆਂ ਹੁੰਦੀਆਂ ਤੇ ਮੇਰੀ ਭੁੱਖ ਦੂਰ ਹੋ ਜਾਣੀ ਸੀ, ਵੀ ਇਹ ਕਿੱਧਰੋਂ ਆ ਗਿਆ। ਕਹਿੰਦਾ ਮੈਂ ਇਹਨੂੰ ਆਖਿਆ ਵੀ ਛਕ ਲਈਆਂ, ਜਾ ਹੁਣ ਤੂੰ ਤਾਂ ਰੱਜ ਗਿਆ, ਤੇ ਮੈਂ ਦੱਸ ਹੁਣ ਮੈਂ ਕੀ ਸਵਾਹ ਖਾਵਾਂ? ਕਹਿੰਦਾ ਭਗਵਾਨ ਨੇ ਉਸ ਵੇਲੇ ਵਚਨ ਕਰ ਦਿੱਤਾ ਵੀ ਤਥਾਸਤੂ, ਤੂੰ ਸਵਾਹ ਹੀ ਖਾਏਂਗਾ। ਉਦੋਂ ਦਾ ਕਹਿੰਦਾ ਬਸ ਸਵਾਹ ਭੱਖੀ ਜਾਂਦਾ। ਤੇ ਕਹਿੰਦਾ ਜੀ ਮੈਂ ਫਿਰ ਮੇਰੇ ਬਾਰੇ ਦੱਸੋ? ਕਹਿੰਦਾ ਤੇਰੇ ਸਵਾਲ ਦਾ ਜਵਾਬ ਅੱਗੇ ਇੱਕ ਸਾਧੂ ਬੈਠਾ ਹੈ, ਉਹ ਦੇਵੇਗਾ। ਹੁਣ ਤੀਜੇ ਸਾਧੂ ਕੋਲੇ ਰਾਜਾ ਬਿਕਰਮਾਦੱਤ ਚਲਿਆ ਜਾਂਦਾ, ਜਾ ਕੇ ਪੁੱਛਦਾ ਵੀ ਤੁਸੀਂ ਕਿਵੇਂ ਇੱਦਾਂ ਭੁੱਖੇ ਤੇ ਆਏ ਜੇ, ਤੁਹਾਡਾ ਇਹ ਹਾਲ ਕਿਉਂ ਹੋਇਆ ਹੈ? ਤੇ ਕਹਿੰਦੇ ਉਸ ਵੇਲੇ ਉਹਨੇ ਵੀ ਉਹੀ ਗੱਲ ਦੱਸੀ ਵੀ ਇੱਦਾਂ ਸਾਧੂ ਆਇਆ, ਪਰਮੇਸ਼ਰ ਸਾਧੂ ਦੇ ਭੇਸ ਵਿੱਚ 3 ਪ੍ਰਸ਼ਾਦੇ ਸਨ, ਮੈਂ ਉਹਨਾਂ ਦੇ ਕਹਿਣ 'ਤੇ ਦੇ ਦਿੱਤੇ, ਤੇ ਮੈਂ ਕਿਹਾ ਵੀ ਹੁਣ ਤੈਨੂੰ ਤਾਂ ਮੈਂ ਖਵਾਤਾ, ਮੈਂ ਹੁਣ ਭੁੱਖਾ ਮਰਾਂ। ਤੇ ਉਹਨਾਂ ਨੇ ਕਹਿਤਾ ਵੀ ਠੀਕ ਆ, ਭੁੱਖਾ ਮਰੀ ਜਾ। ਉਦੋਂ ਦਾ ਸਰਾਪਿਆ ਹੋਇਆ, ਬਸ ਭੁੱਖਾ ਹੀ ਮਰੀ ਜਾਂਦਾ। ਤੇ ਫਿਰ ਬਲੀ ਰਾਜਾ ਕਹਿੰਦਾ, ਵਾਹਿਗੁਰੂ ਬਿਕਰਮਾਦੱਤ ਰਾਜਾ ਕਹਿੰਦਾ ਵੀ ਮੇਰਾ ਦੱਸੋ ਮੇਰੇ ਕੋਲੇ ਐਡੀ ਪਾਤਸ਼ਾਹੀ ਕਿਵੇਂ ਆਈ ਆ ਸੰਤ ਜੀ? ਉਹ ਕਹਿਣ ਲੱਗਾ, ਕਹਿੰਦਾ ਜਿਹੜੀ ਪਾਤਸ਼ਾਹੀ ਤੇਰੇ ਕੋਲੇ ਆਈ ਹੈ ਨਾ, ਤੂੰ ਤਾਂ ਤਰ ਗਿਆ, ਤੂੰ ਤਾਂ ਨਿੱਤਰ ਗਿਆ, ਤੂੰ ਸਾਡਾ ਹੀ ਸਾਥੀ ਸੀ। ਆਪਾਂ 4 ਸਾਧੂ ਹੁੰਦੇ ਸੀ, 4 ਨੇ ਭਗਤੀ ਕੀਤੀ, 4 ਕੋਲੇ ਪਰਮੇਸ਼ਰ ਗਿਆ, ਸਾਡੇ 3 ਕੋਲੇ ਤਾਂ ਇਸ ਤਰ੍ਹਾਂ ਕਰਕੇ ਆਇਆ। ਤੇ ਜਦੋਂ ਤੇਰੇ ਕੋਲੇ ਉਹ ਭਗਵਾਨ ਆਇਆ, ਤੂੰ ਸਾਧੂ ਜਾਣ ਕੇ ਸਤਿਕਾਰ ਦੇ ਨਾਲ ਉੱਠ ਕੇ ਉਹਨਾਂ ਦਾ ਸਤਿਕਾਰ ਕੀਤਾ। ਆਖਿਆ ਸਾਧੂ ਮਹਾਤਮਾ ਜੀ ਬੈਠੋ, ਕੀ ਸੇਵਾ ਕਰ ਸਕਦਾ? ਉਹਨਾਂ ਨੇ ਕਿਹਾ ਵੀ ਹੋਰ ਸੇਵਾ ਤਾਂ ਕੁਝ ਨਹੀਂ, ਭੁੱਖ ਲੱਗੀ ਆ, ਪ੍ਰਸ਼ਾਦਾ ਛਕਣਾ। ਜਿਹੜੇ ਤੇਰੇ ਕੋਲ 3 ਪ੍ਰਸ਼ਾਦੇ ਸਨ ਨਾ, ਉਹ ਤੂੰ 3 ਹੀ ਦੇਤੇ, ਤੇ ਮੁੱਖੋਂ ਬਚਨ ਕੋਈ ਨਾ ਕੀਤਾ, ਬੜਾ ਪ੍ਰਸੰਨ ਹੋਇਆ। ਉਹਦੇ ਇਵਜ਼ ਦੇ ਵਿੱਚ ਅੱਜ ਤੂੰ ਰਾਜ ਭਾਗ ਮਾਣ ਰਿਹਾ, ਦੁਨੀਆ ਦੇ ਲੋਕਾਂ ਨੂੰ ਦਾਨ ਕਰ ਰਿਹਾ ਹੈ। ਐਡਾ ਵੱਡਾ ਜਿਹੜਾ ਇਹ ਬਿਕਰਮਾਦੱਤ ਰਾਜਾ। ਤੇ ਜਿਹੜੀ ਇਹ ਵਾਰਤਾ, ਕਹਿੰਦੇ ਇਹ ਸਭ ਕੁਝ ਉਹ ਵਜ਼ੀਰ ਦੀ ਲੜਕੀ ਨੂੰ ਵੀ ਪਤਾ ਸੀ, ਪਰ ਉਹਨੇ ਤੈਨੂੰ ਸਾਡੇ ਕੋਲ ਭੇਜ ਦਿੱਤਾ। ਕਹਿੰਦੇ ਉਹ ਵਜ਼ੀਰ ਦੀ ਲੜਕੀ ਦਾ ਕੀ ਸੰਬੰਧ, ਉਹਨੂੰ ਕਿਵੇਂ ਪਤਾ? ਕਹਿੰਦੇ ਜਿਹੜੇ 3 ਪ੍ਰਸ਼ਾਦੇ ਆਉਂਦੇ ਸੀ ਨਾ ਆਪਣੇ ਕੋਲੇ, ਉਹ ਵਜ਼ੀਰ ਦੀ ਲੜਕੀ ਆਪਾਂ ਨੂੰ ਸਾਧੂ ਜਾਣ ਕੇ ਸੇਵਾ ਕਰਦੀ ਹੁੰਦੀ ਸੀ। ਤੇ ਵੇਖ ਉਹਨੂੰ ਫਲ ਮਿਲਿਆ, ਉਹ ਅੱਜ ਵਜ਼ੀਰ ਬਣੇ ਬੈਠੇ ਆ ਤੇਰੇ ਦਰਬਾਰ ਵਿੱਚ, ਉਹਨੂੰ ਵੀ ਫਲ ਦੀ ਪ੍ਰਾਪਤੀ ਹੋਈ। ਤੇ ਤੂੰ ਜਿਹੜੀ ਭਾਵਨਾ ਕਰਕੇ ਪ੍ਰਸ਼ਾਦਾ ਛਕਾਇਆ, ਅੱਜ ਤੂੰ ਛੇਤਰ ਲਾ ਰੱਖਿਆ, ਅੰਨ ਭੰਡਾਰ ਲਾ ਰੱਖਿਆ। ਇਸ ਕਰਕੇ ਉਹ ਰਾਜਾ ਬਿਕਰਮਾਦੱਤ ਸੀ ਨਾ ਜਿਹੜਾ ਗੁਰਮੁਖੋ, ਬੜਾ ਬਲੀ ਸੀ। ਕਵੀ ਜੀ ਕਹਿ ਰਹੇ ਆ, ਬਲ ਬੈਨ ਬਿਕਰਮਨਾ ਭੋਜ ਹੂੰ ਮੈਂ ਮੌਜ ਐਸੀ। ਕਹਿੰਦੇ ਬਲੀ ਰਾਜਾ, ਬੈਨੂ ਰਾਜਾ, ਬਿਕਰਮਾਦੱਤ ਰਾਜਾ, ਇਹਨਾਂ ਨੇ ਜਿਹੜਾ ਭੋਜ ਲਾਇਆ ਹੈ, ਲੰਗਰ ਲਾਇਆ ਹੋਇਆ ਨਾ, ਉਹਨਾਂ ਦੇ ਵਿੱਚ ਵੀ ਐਸੀ ਮੌਜ, ਐਸੀ ਬਖਸ਼ਿਸ਼ ਨਹੀਂ ਹੈ। ਮੌਜ ਲਾਗ ਰੋਜ ਪਾਤਸ਼ਾਹੀ ਕੀ।
ਮਹਾਰਾਜ ਸੱਚੇ ਪਾਤਸ਼ਾਹ ਦੁਨੀਆ ਦੇ ਬਾਦਸ਼ਾਹ ਜਿਹੜੇ ਉਹ ਤਾਂ ਇੱਕ ਰੋਜ਼ ਹੀ ਦਾਨ ਕਰਦੇ ਆ, ਜਿਸ ਦਿਨ ਉਹਨਾਂ ਦੀ ਕੋਈ ਵਰ੍ਹੇਗੰਢ ਹੁੰਦੀ ਹੈ, ਗੱਦੀ ਤੇ ਬੈਠਣ ਦਾ ਦਿਨ ਹੁੰਦਾ, ਵਿਆਹ ਦਾ ਦਿਨ ਹੁੰਦਾ, ਕੋਈ ਖੁਸ਼ੀ ਦਾ ਪਰਬ ਹੁੰਦਾ ਨਾ, ਉਸ ਦਿਨ ਦਾਨ ਕਰਦੇ ਆ। ਜਾਂ ਕਿ ਏਕ ਮੌਜ ਨਵ ਰੋਜ਼ ਪਾਤਸ਼ਾਹ ਕੀ, ਕਹਿੰਦੇ ਆਪ ਜੀ ਦੀ ਪਾਤਸ਼ਾਹ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਮੌਜ ਬਖਸ਼ਿਸ਼ ਤਾਂ ਨਿੱਤਾ ਪ੍ਰਤੀ ਵਰਤਦੀ ਹੈ। ਇਹ ਨਹੀਂ ਕਿ ਜਿਸ ਦਿਨ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਜਾਂ ਗੁਰਪੁਰਬ ਵਾਲਾ ਦਿਨ ਉਦਣ ਹੀ ਦਾਨ ਕਰਨਾ, ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹ ਤਾਂ ਲੱਖਾਂ ਰੁਪਈਆ ਲੱਖਾਂ ਲੋਕਾਂ ਨੂੰ ਨਿੱਤਾ ਪ੍ਰਤੀ ਦਾਨ ਕਰਦੇ ਸਨ। ਸੋ ਇੱਥੇ ਸਮੇਂ ਦੀ ਵੀ ਸਮਾਪਤੀ ਹੈ ਅਤੇ ਆਪਾਂ ਇੱਥੇ ਕਥਾ ਨੂੰ ਵਿਸ਼ਰਾਮ ਦਿੰਦੇ ਹਾਂ। ਅਗਲੀ ਵਿਚਾਰ ਅਗਲੇ ਜਿਹੜੇ ਕਵਿੱਤ ਜਾਂ ਸਵਈਏ ਗੁਰੂ ਦੀ ਮਹਿਮਾ ਵਿੱਚ ਕਵੀਆਂ ਨੇ ਕਹੇ ਹਨ, ਇਹ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਸਰਵਣ ਕਰ ਲਵਾਂਗੇ। ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਸਮਾਪਤੀ ਵਿੱਚ ਸ਼ਾਮਲ ਹੋਈਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਦੇਹੋ ਸੱਜਣ ਅਸੀਸੜੀਆਂ, ਜੋ ਹੋਵੈ ਸਾਹਿਬ ਸਿਓ ਮੇਲ।